ਤੁਸੀਂ ਗਊਆਂ ਨੂੰ ਪਾਲ ਲੈਂਦੇ ਹੋ, ਗਊਆਂ ਨੂੰ ਇਸ ਕਰਕੇ ਪਾਲਦੇ ਹੋ ਕਿਉਂਕਿ ਇਹ ਦੁੱਧ ਦਿੰਦੀਆਂ ਨੇ, ਵੀ ਤੁਸੀਂ ਢੱਠੇ ਦੀ ਸਾਂਭ ਸੰਭਾਲ ਕਿਉਂ ਨਹੀਂ ਕਰਦੇ ਹੈਗੇ? ਇਹ ਜਿਹੜੀ ਆਪਣਾ ਟ੍ਰੇਨ ਦੀ ਨਾਲ ਲੀ ਹੁੰਦੀ ਆ, ਹਾਂਜੀ, ਇਹ ਉਹਦੇ ਦਰਜ ਵਿੱਚ ਆ ਗਈ ਸੀਗੀ। ਮਨੀ ਜੀ ਇੱਕ ਹੋਰ ਬਹੁਤ ਜਿਹੜੀ ਗੱਲ ਸਾਹਮਣੇ ਆਉਂਦੀ ਹੈ, ਸਨਾਤਨ ਧਰਮ ਤੋਂ ਬਿਨਾਂ ਜਿਹੜੇ ਲੋਕ ਹੋਰ ਕਿਸੇ ਧਰਮ ਨਾਲ ਸੰਬੰਧਿਤ ਨੇ, ਉਹਨਾਂ ਵੱਲੋਂ ਅਕਸਰ ਸਾਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਤੁਸੀਂ ਗਊ ਨੂੰ ਤਾਂ ਮਾਤਾ ਬਣਦੇ ਹੋ, ਵੀ ਗਊ ਮਾਤਾ ਕਿਵੇਂ ਬਣ ਗਈ ਬਿਨਾਂ ਪਿਤਾ ਤੋਂ? ਪਿਤਾ ਮਤਲਬ ਢੱਠੇ ਨੂੰ ਕਹਿ ਦਿੰਦੇ ਨੇ, ਜਿਹਨੂੰ ਅਸੀਂ ਕਿਸੇ ਸਮੇਂ ਸਾਡੇ ਲੋਕ ਨੰਦੀ ਜੀ ਕਹਿੰਦੇ ਸੀਗੇ। ਸਾਡਾ ਉਪਰਾਲਾ ਇਹ ਇਕੱਲਾ ਗਊ ਮਾਤਾ ਵਾਸਤੇ ਨਹੀਂ, ਢੱਠਿਆਂ ਵਾਸਤੇ ਵੀ ਹੈ। ਮੈਂ ਆਮ ਭਾਸ਼ਾ ਦੇ ਵਿੱਚ ਕਹਿ ਦਿੰਦਾ, ਪਰ ਇਹਨਾਂ ਦਾ ਸਵਾਲ ਇੱਥੇ ਇਹ ਹੈ ਕਿ ਜਿਹੜੇ ਢੱਠੇ ਅਮਰੀਕੀ ਨਸਲ ਦੇ ਨੇ ਉਹ ਸਾਡੀ ਵੰਸ਼ 'ਚ ਨਹੀਂ ਆਉਂਦੇ, ਨਾ ਉਹਨੂੰ ਅਸੀਂ ਪਿਤਾ ਮੰਨਦੇ ਹਾਂ ਤੇ ਨਾ ਉਹਦੇ ਬਾਰੇ ਸਾਡਾ ਕੋਈ ਵਿਚਾਰ। ਪੰਜਾਬੀ 'ਚ ਢੱਠਾ ਕਹਿੰਦੇ ਆ, ਹਿੰਦੀ 'ਚ ਆਪਾਂ ਨੰਦੀ ਕਹਿੰਦੇ ਆ। ਨੰਦੀ ਭਗਵਾਨ ਸ਼ੰਕਰ ਦੀ ਸਵਾਰੀ ਸੀਗੀ। ਜੇ ਕਿਸੇ ਨੂੰ ਪਤਾ ਹੋਵੇ, ਸਨਾਤਨ ਧਰਮ 'ਚ ਭਗਵਾਨ ਸ਼ੰਕਰ ਦੀ ਸਵਾਰੀ ਨੰਦੀ ਸੀਗੀ। ਤੇ ਨੰਦੀ ਨੂੰ ਅਸੀਂ ਇਹ ਜਮਾ ਨਹੀਂ ਕਹਿੰਦੇ ਕਿ ਜੇ ਗਊ ਮਾਤਾ ਵਾ ਤੇ ਨੰਦੀ ਸਾਡਾ ਪਿਤਾ ਨਹੀਂ ਹੈ। ਅੰਤ ਦੇ ਵਿੱਚ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਾਰੀ ਕਮਿਊਨਿਟੀ ਨੂੰ? ਸਾਡੀ ਕਮਿਊਨਿਟੀ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਰਹਿੰਦੇ ਆ, ਸਨਾਤਨੀ ਵੀ ਰਹਿੰਦੇ ਆ, ਮੁਸਲਮਾਨ ਵੀ ਰਹਿੰਦੇ ਨੇ, ਸਿੱਖ ਵੀ ਰਹਿੰਦੇ ਨੇ, ਈਸਾਈ ਵੀ ਰਹਿ ਰਹੇ ਨੇ। ਉਹਨਾਂ ਵਾਸਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਗਊ ਰੱਖਿਆ ਵਾਸਤੇ? ਇੱਕ ਨੀਲਮਣੀ ਜੀ, ਜਿਹੜਾ ਕਾਊ ਸੈਸ ਹੈ ਹਰ ਚੀਜ਼ ਦੇ ਵਿੱਚ ਲੱਗਿਆ ਹੋਇਆ, ਉਹਦਾ ਪੈਸਾ ਤੁਹਾਡੇ ਹਿਸਾਬ ਨਾਲ ਕਿੱਥੇ ਇਸਤੇਮਾਲ ਹੋ ਰਿਹਾ? ਸੋ ਇੱਕ ਮੈਨੂੰ ਇਹ ਜਾਣਕਾਰੀ ਦਿੰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਅੱਜ ਜਿਹੜਾ ਬਹੁਤ ਵੱਡਾ ਉਦਮ ਕੀਤਾ, ਸਨਾਤਨ ਜਾਂ ਹਿੰਦੂ ਲੋਕਾਂ ਤੋਂ ਬਿਨਾਂ ਸਾਰੇ ਕਮਿਊਨਿਟੀ ਦੀ ਇਹ ਸ਼ਿਕਾਇਤ ਰਹਿੰਦੀ ਸੀ ਕਿ ਜਿਹੜੇ ਜ਼ਖਮੀ ਹੋ ਜਾਂਦੇ ਨੇ ਜਾਂ ਜਿਹੜੇ ਦੁੱਧ ਦੇਣੋਂ ਹਟ ਜਾਂਦੇ ਨੇ, ਉਹਨਾਂ ਨੂੰ ਸਾਡੇ ਲੋਕ ਜਾਂ ਹਿੰਦੂ ਲੋਕ ਸੰਭਾਲਦੇ ਨਹੀਂ। ਅੱਜ ਤੁਸੀਂ ਉਹਨਾਂ ਵਾਸਤੇ ਬਹੁਤ ਸੋਹਣਾ ਇਨੀਸ਼ੀਏਟਿਵ ਕੀਤਾ, ਹਸਪੀਟਲ ਖੋਲ੍ਹਿਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਕਿਹਦੇ ਸਹਿਯੋਗ ਨਾਲ ਇਹ ਤੁਸੀਂ ਐਡਾ ਉਪਰਾਲਾ ਕੀਤਾ? ਵੀਰੇ ਪਹਿਲਾਂ ਤਾਂ ਸਾਰਿਆਂ ਨੂੰ ਜੈ ਗਊ ਮਾਤਾ ਦੀ ਲਈ ਮੇਰਾ ਤਾਂ ਇਹੀ ਬੇਨਤੀ ਆ ਜੀ ਕਿ ਆਪਾਂ ਸਮਾਜ ਦੇ ਵਿੱਚ ਜਿਹੜੀਆਂ ਅੰਗਰੇਜ਼ੀ ਨਸਲ ਦੀਆਂ ਗਊਆਂ ਨੇ ਜਾਂ ਟੱਠੇ ਨੇ ਉਹਨਾਂ ਨੂੰ ਬਾਹਰ ਕੱਢੀਏ, ਦੇਸੀ ਨਸਲ ਨੂੰ ਪਾਲੀਏ। ਤੇ ਇੱਕ ਹੋਰ ਬੇਨਤੀ ਆ, ਆਪਾਂ ਦੁੱਧ ਦੇ ਵਿੱਚ ਮਿਲਾਵਟ ਨਾ ਕਰੀਏ, ਕਿਸੇ ਦੀ ਜ਼ਿੰਦਗੀ ਨਾਲ ਨਾ ਖੇਲੀਏ। ਦੇਸੀ ਗਊ ਦਾ ਜਿਹੜਾ ਦੁੱਧ ਆ ਉਹ ਅੰਮ੍ਰਿਤ ਆ, ਜਿਹੜੀ ਅਮਰੀਕੀ ਨਸਲ ਦੀ ਗਊਆਂ ਨੇ ਉਹਨਾਂ ਦਾ ਦੁੱਧ ਜ਼ਹਿਰ ਆ। ਇਹ ਆਪਾਂ ਸੋਚ ਕੇ ਚੱਲੀਏ। ਬਹੁਤ ਬਹੁਤ ਧੰਨਵਾਦ। ਧੰਨਵਾਦ ਦੋਸਤੋ, ਬਹੁਤ ਸੋਹਣੀ ਸ਼ੁਰੂਆਤ ਅੱਜ ਬਰਨਾਲਾ ਮੰਡੀ ਦੇ ਵਿੱਚ ਹੋਈ ਹੈ, ਬਰਨਾਲਾ ਸ਼ਹਿਰ ਦੇ ਨਿਵਾਸੀਆਂ ਨੇ ਕੀਤੀ ਆ। ਅੱਜ ਰਾਧਾ ਜੀ ਦਾ ਜਿਹੜਾ ਜਨਮ ਦਿਨ ਹੈ, ਜਿਵੇਂ ਜਨਮਾਸ਼ਟਮੀ ਹੁੰਦੀ ਹੈ, ਅੱਜ ਰਾਧਾ ਜਨਮਾਸ਼ਟਮੀ ਹੈ। ਸੋ ਅਸੀਂ ਗੱਲਬਾਤ ਕਰਦੇ ਹਾਂ। ਅੱਜ ਬਰਨਾਲਾ ਨਿਵਾਸੀਆਂ ਨੇ ਇੱਕ ਹਸਪੀਟਲ ਖੋਲ੍ਹਿਆ। ਹਸਪੀਟਲ ਕਿਹਨਾਂ ਵਾਸਤੇ ਖੋਲ੍ਹਿਆ? ਬੇਜਵਾਨਾਂ ਵਾਸਤੇ, ਬੇਸਹਾਰਿਆਂ ਵਾਸਤੇ। ਇਹ ਕਰਦੇ ਨੇ, ਇਲਾਜ ਕਰਦੇ ਨੇ ਜਿਹੜੇ ਗਊਆਂ, ਢੱਠੇ ਜਾਂ ਕੋਈ ਵੀ ਜਾਨਵਰ ਜਿਹੜੇ ਦੇਖ ਸਕਦੇ ਹੋ ਤੁਸੀਂ। ਇਹ ਹਸਪੀਟਲ ਖੁੱਲ੍ਹਿਆ ਕਾਮਤੇ ਨੂੰ ਗਊਸ਼ਾਲਾ ਹੰਡਾਇਆ ਵਿਖੇ। ਸੋ ਬਹੁਤ ਸੋਹਣਾ ਉਪਰਾਲਾ ਸ਼ਹਿਰ ਦੇ ਵਾਸੀਆਂ ਨੇ ਕੀਤਾ। ਤੁਹਾਡੇ ਨਾਲ ਗੱਲਬਾਤ ਅੱਜ ਵਿਸਥਾਰਪੂਰਵਕ ਕਰਾਵਾਂਗੇ। ਮੇਰੇ ਨਾਲ ਨੇ ਪੰਜਾਬ ਦੇ ਬਜਰੰਗ ਦਲ ਪੰਜਾਬ ਦੇ ਪ੍ਰਧਾਨ ਨੀਲਮਣੀ ਜੀ। ਨੀਲਮਣੀ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ। ਪਹਿਲਾਂ ਤਾਂ ਸਾਰਿਆਂ ਦਾ ਸਵਾਗਤ, ਧੰਨਵਾਦ। ਅੱਜ ਰਾਧਾ ਅਸ਼ਟਮੀ ਹੈ, ਮਤਲਬ ਉਹਦੇ ਸੰਦਰਭ ਦੇ ਵਿੱਚ ਅੱਜ ਸ਼ਹਿਰ ਵਾਸੀਆਂ ਨੇ ਬਹੁਤ ਸੋਹਣੀ ਸ਼ੁਰੂਆਤ ਕੀਤੀ ਹੈ। ਹਸਪੀਟਲ ਖੋਲ੍ਹਿਆ ਗਿਆ ਬੇਜਵਾਨਾਂ ਵਾਸਤੇ, ਬੇਸਹਾਰਿਆਂ ਵਾਸਤੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹ ਕਹਿਣਾ ਚਾਹੁੰਦੇ ਆ, ਬੇਸਹਾਰਾ ਗਊ ਵੰਸ਼। ਕਈ ਵਾਰ ਆਪਾਂ ਅਖਬਾਰਾਂ 'ਚ ਦੇਖਦੇ ਆ ਅਵਾਰਾ ਜੀ। ਇਹ ਅਵਾਰਾ ਨਹੀਂ ਹੈਗੇ ਜੀ। ਅਵਾਰਾ ਉਹ ਹੁੰਦਾ ਵਾ ਜਿਹਦਾ ਕੋਈ ਹੋਵੇ ਨਾ ਜੀ। ਇਹ ਬੇਸਹਾਰਾ ਨੇ। ਇਹਨਾਂ ਦੇ ਹੈਗੇ ਸੀਗੇ, ਇਹਨਾਂ ਦੇ ਅਸੀਂ ਹੈਗੇ ਸੀਗੇ। ਅਸੀਂ ਇਹਨਾਂ ਤੋਂ ਦੁੱਧ ਲੈਤਾ, ਇਹਨਾਂ ਤੋਂ ਖੇਤੀਬਾੜੀ ਕੀਤੀ। ਸ਼ਾਇਦ ਆਪਾਂ ਨੂੰ ਯਾਦ ਹੋਵੇ 1950, 60, 70, 80 ਦੇ ਦਸ਼ਕ ਦੇ ਵਿੱਚ ਅਸੀਂ ਇਹਨਾਂ ਬਲਦਾਂ ਨਾਲ ਯਾਤਾਯਾਤ ਦਾ ਸਾਧਨ ਕਰਦੇ ਸੀਗੇ। ਹਰਾ ਲੈ ਕੇ ਆਉਂਦੇ ਸੀ, ਆਪਦੇ ਘਰਦਿਆਂ ਨੂੰ, ਨਵੀਂ ਵਿਆਹੀ ਨੂੰ ਉਹਦੇ ਵਿੱਚ ਬਿਠਾ ਕੇ ਲੈ ਕੇ ਆਉਂਦੇ ਸੀਗੇ। ਫਿਰ ਇਹਨਾਂ ਨਾਲ ਆਪਾਂ ਖੇਤੀਬਾੜੀ ਕਰਦੇ ਸੀਗੇ। ਇਸੇ ਕਰਕੇ ਆਪਾਂ ਇਹਨਾਂ ਨੂੰ ਪਹਿਲਾਂ ਤਾਂ ਇਹ ਗੱਲ ਸਾਰਿਆਂ ਨੂੰ ਬੇਨਤੀ ਆ, ਆਵਾਰਾ ਨਾ ਕਹੀਏ, ਬੇਸਹਾਰਾ ਨੇ। ਬੇਸਹਾਰਾ ਆਪਾਂ ਨੇ ਦੁੱਧ ਚੋ ਕੇ ਇਹਨਾਂ ਨੂੰ ਛੱਡਤਾ, ਇਸੇ ਕਰਕੇ ਬੇਸਹਾਰਾ ਨੇ। ਅੱਜ ਇਹ ਬੇਸਹਾਰਾ ਗਊ ਵੰਸ਼ ਵਾਸਤੇ ਬਰਨਾਲਾ ਦੇ ਸਾਰੇ ਧਾਰਮਿਕ ਸੰਗਠਨਾਂ ਨੇ ਮਿਲ ਕੇ ਹਸਪਤਾਲ ਖੋਲ੍ਹਿਆ। ਇਹਦੀ ਬਹੁਤ ਵੱਡੀ ਮੰਗ ਸੀਗੀ। ਉਹ ਮੰਗ ਇਸ ਕਰਕੇ ਸੀਗੀ ਕਿਉਂਕਿ ਆਪਾਂ ਦੇਖਦੇ ਹੁੰਦੇ ਆ ਕਿ ਰਾਤ ਬੇਰਾਤ ਸੜਕਾਂ 'ਤੇ ਘੁੰਮਦੇ ਆਏ ਬੇਸਹਾਰਾ। ਗੱਡੀਆਂ ਦੇ ਵਿੱਚ ਐਕਸੀਡੈਂਟ ਹੋ ਜਾਂਦਾ, ਗੱਡੀਆਂ ਦਾ ਐਕਸੀਡੈਂਟ ਹੁੰਦਾ, ਆਪਾਂ ਉਹਨਾਂ ਨੂੰ ਚੱਕ ਕੇ ਗੱਡੀ ਵਾਲੇ ਨੂੰ ਹਸਪਤਾਲ ਲੈ ਜਾਂਦੇ ਆ, ਗੱਡੀ ਨੂੰ ਸਰਵਿਸ ਸੈਂਟਰ 'ਤੇ ਲਾ ਕੇ ਰੱਖ ਦਿੰਦੇ ਆ। ਪਰ ਜਿਹੜੇ ਬੇਸਹਾਰਾ ਗਊ ਵੰਸ਼ ਨੇ ਉਹਨਾਂ ਦਾ ਕੋਈ ਖਿਆਲ ਨਹੀਂ ਕਰਦਾ ਸੀਗਾ। ਉਹ ਸੜਕਾਂ 'ਤੇ ਕੀੜੇ ਪੈ ਕੇ ਮਰ ਜਾਂਦੇ ਸੀਗੇ, ਉਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ। ਉਹਨਾਂ ਦੇ ਵਾਸਤੇ ਅੱਜ ਇਹ ਨੰਦੀ ਗਊ ਸੇਵਾ ਸਮਿਤੀ ਤੇ ਕਾਮਧੇਨੂ ਗਊ ਸੇਵਾ ਨੇ ਮਿਲ ਕੇ ਹਸਪਤਾਲ ਖੋਲ੍ਹਿਆ ਵਾ। ਬਰਨਾਲੇ ਦੇ ਵਿੱਚ ਆਣ-ਪਾੜ ਦੇ ਪਿੰਡਾਂ ਦੇ ਵਿੱਚ ਜੇ ਕਿਤੇ ਵੀ ਕੋਈ ਗਊ ਵੰਸ਼ ਦੀ ਐਕਸੀਡੈਂਟ ਹੁੰਦਾ ਜਾਂ ਕੋਈ ਬਿਮਾਰ ਹੁੰਦੀ ਆ ਤੇ ਉਹਨੂੰ ਫੋਨ ਕਰਕੇ ਸਾਨੂੰ ਸੂਚਿਤ ਕਰੋ ਤਾਂ ਕਿ ਅਸੀਂ ਉਹਨਾਂ ਨੂੰ ਲਿਆ ਕੇ ਇਹਦਾ ਇਲਾਜ ਕਰ ਸਕਦੇ ਹਾਂ। ਨੀਲਮਣੀ ਜੀ, ਇੱਕ ਹੋਰ ਬਹੁਤ ਜਿਹੜੀ ਗੱਲ ਸਾਹਮਣੇ ਆਉਂਦੀ ਹੈ,
ਸਨਾਤਨ ਧਰਮ ਤੋਂ ਬਿਨਾਂ ਜਿਹੜੇ ਲੋਕ ਹੋਰ ਕਿਸੇ ਧਰਮ ਨਾਲ ਸੰਬੰਧਿਤ ਨੇ ਉਹਨਾਂ ਵੱਲੋਂ ਅਕਸਰ ਸਾਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਤੁਸੀਂ ਗਊ ਨੂੰ ਤਾਂ ਮਾਤਾ ਬਣਦੇ ਹੋ, ਵੀ ਗਊ ਮਾਤਾ ਕਿਵੇਂ ਬਣ ਗਈ ਬਿਨਾਂ ਪਿਤਾ ਤੋਂ। ਪਿਤਾ ਮਤਲਬ ਢੱਠੇ ਨੂੰ ਕਹਿ ਦਿੰਦੇ ਨੇ, ਜਿਹਨੂੰ ਅਸੀਂ ਕਿਸੇ ਸਮੇਂ ਸਾਡੇ ਲੋਕ ਨੰਦੀ ਜੀ ਕਹਿੰਦੇ ਸੀਗੇ। ਉਹ ਕਹਿਣਾ ਚਾਹੁੰਦੇ ਨੇ ਕਿ ਵੀ ਤੁਸੀਂ ਗਊਆਂ ਨੂੰ ਪਾਲ ਲੈਂਦੇ ਹੋ, ਗਊਆਂ ਨੂੰ ਇਸ ਕਰਕੇ ਪਾਲਦੇ ਹੋ ਕਿਉਂਕਿ ਇਹ ਦੁੱਧ ਦਿੰਦੀਆਂ ਨੇ, ਵੀ ਤੁਸੀਂ ਢੱਠੇ ਦੀ ਸਾਂਭ ਸੰਭਾਲ ਕਿਉਂ ਨਹੀਂ ਕਰਦੇ ਹੈਗੇ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਇਹਦੇ ਬਾਰੇ ਮੇਰਾ ਇੱਕੋ ਹੀ ਵਿਚਾਰ ਆ, ਆਪਾਂ ਪੰਜਾਬੀ 'ਚ ਢੱਠਾ ਕਹਿੰਦੇ ਆ, ਹਿੰਦੀ 'ਚ ਆਪਾਂ ਨੰਦੀ ਕਹਿੰਦੇ ਆ। ਨੰਦੀ ਭਗਵਾਨ ਸ਼ੰਕਰ ਦੀ ਸਵਾਰੀ ਸੀਗੀ। ਜੇ ਕਿਸੇ ਨੂੰ ਪਤਾ ਹੋਵੇ ਸਨਾਤਨ ਧਰਮ 'ਚ ਭਗਵਾਨ ਸ਼ੰਕਰ ਦੀ ਸਵਾਰੀ ਨੰਦੀ ਸੀਗੀ। ਤੇ ਨੰਦੀ ਨੂੰ ਅਸੀਂ ਇਹ ਜਮਾ ਨਹੀਂ ਕਹਿੰਦੇ ਕਿ ਜੇ ਗਊ ਮਾਤਾ ਵਾ ਤੇ ਨੰਦੀ ਸਾਡਾ ਪਿਤਾ ਨਹੀਂ ਹੈ, ਪਰ ਸਾਨੂੰ ਇਹ ਸੋਚਣਾ ਪਊਗਾ ਕਿ ਅਸੀਂ ਸਿਰਫ ਦੁੱਧ ਦੇ ਚੱਲਦੇ, ਅਸੀਂ ਇੱਕ ਸਮਾਜ ਨੇ, ਅਸੀਂ ਕਿਸਾਨ ਸਮਾਜ ਨੇ ਜਾਂ ਆਮ ਸਮਾਜ ਨੇ ਮਿਲ ਕੇ ਉਹ ਨੰਦੀ ਨੂੰ ਢੱਠਾ ਬਣਾਤਾ। ਢੱਠਾ ਵੀ ਕਿਹੜਾ, ਜਰਸੀ ਢੱਠਾ। ਉਹ ਨੰਦੀ, ਤੁਸੀਂ ਨੰਦੀ ਦੀ ਨਸਲ ਦੇਖੋ, ਦੇਸੀ ਜਿਹੜਾ ਨੰਦੀ ਆ, ਅਸੀਂ ਗਊ ਮਾਤਾ ਦੀ ਜਿਹੜੀ ਨਸਲ ਸੀਗੀ ਕਾਮਧੇਨੂ, ਨੰਦਨੀ, ਗੀਰ, ਇਸੇ ਨਸਲ 'ਚ ਨੰਦੀ ਹੁੰਦੇ ਸੀਗੇ। ਨੰਦੀ ਇੰਨੇ ਸ਼ਾਂਤਮਈ ਹੁੰਦੇ ਸੀਗੇ ਕਿ ਅਸੀਂ ਇੱਕ ਨੰਦੀ ਨਾਲ ਸਾਰਾ ਪਿੰਡ ਉਹਦੀ ਸੇਵਾ ਲੈਂਦਾ ਸੀ। ਉਹ ਨੰਦੀ ਜਿਹਨੂੰ ਆਪਾਂ ਬੈਲ ਕਹਿੰਦੇ ਹੁੰਦੇ ਆ, ਉਹਦੇ ਨਾਲ ਆਪਾਂ ਹਰਾ ਚਾਰਾ ਲਿਆਉਣਾ, ਗੱਡੀ ਲੈ ਕੇ ਆਉਣੀ, ਹਲ ਜੋਤਣੇ, ਖੇਤਾਂ ਦਾ ਕੰਮ ਕਰਨਾ। ਪਰ ਸਿਰਫ ਆਪਾਂ ਕੁਝ ਪੈਸੇ ਦੀ ਲਾਲਚ ਵਿੱਚ ਇਸੇ ਸਮਾਜ ਨੇ ਉਹਦੀ ਨਸਲ ਬਦਲਤੀ। ਅੱਜ ਅਮਰੀਕਾ ਤੋਂ ਅਸੀਂ ਜਰਸੀ ਢੱਠੇ ਲੈ ਕੇ ਆਉਂਦੇ ਆ। ਜਰਸੀ ਢੱਠੇ ਤੁਸੀਂ ਦੇਖੋਗੇ ਸੜਕਾਂ ਤੇ ਜੇ ਉਹ ਲੜਦੇ ਆ ਤੇ ਤੁਸੀਂ ਲੱਖ ਕੋਸ਼ਿਸ਼ ਕਰ ਲਓ, ਕਿਰਪਾਨਾਂ ਮਾਰ ਲਓ, ਡਾਂਗਾ ਮਾਰ ਲਓ, ਕੁਝ ਵੀ ਕਰ ਲਓ, ਪਰ ਉਹ ਹਟਦੇ ਨਹੀਂ। ਪਰ ਜਿਹੜਾ ਦੇਸੀ ਨੰਦੀ ਆ ਉਹ ਕਦੇ ਇਸ ਤਰ੍ਹਾਂ ਲੜਦਾ ਨਹੀਂ ਹੁੰਦਾ। ਉਹਨੂੰ ਜੇ ਤੁਸੀਂ ਹੱਥ ਵੀ ਫੇਰੋਗੇ ਨਾ ਉਹ ਅਲੱਗ ਹੋ ਜਾਊਗਾ। ਆਪਾਂ ਨਸਲ ਵਿਗਾੜਨ ਵਿੱਚ ਸਾਡਾ ਯੋਗਦਾਨ ਆ, ਇਸੇ ਸਮਾਜ ਦਾ ਯੋਗਦਾਨ ਆ। ਥੋੜੇ ਪੈਸੇ ਦੀ ਲਾਲਚ ਵਿੱਚ ਅਸੀਂ ਉਸ ਦੀ ਨਸਲ ਵਿਗਾੜਤੀ। ਅੱਜ ਉਹ ਨੰਦੀ ਅਮਰੀਕਾ ਢੱਠਾ ਬਣ ਗਿਆ। ਉਹ ਅਮਰੀਕਾ ਢੱਠਾ ਇੱਕ ਸੂਅਰ ਦਾ ਰੂਪ ਆ। ਬੇਸ਼ੱਕ ਮੈਂ ਉਹਨੂੰ ਸ਼ੈਤਾਨ ਮੰਨਦਾ, ਕੋਈ ਮੇਰੇ ਤੇ ਇਤਰਾਜ਼ ਕਰੇ, ਪਰ ਮੈਂ ਉਹਨੂੰ ਨੰਦੀ ਨਹੀਂ ਮੰਨਦਾ। ਉਹ ਗਊ ਵੰਸ਼ ਚੋਂ ਨਹੀਂ ਆਉਂਦਾ। ਉਹ ਅਮਰੀਕੀ ਨਸਲ ਦਾ ਜਿਹੜਾ ਨਸਲ ਬਦਲੀ ਆ, ਨਸਲ ਬਦਲ ਕੇ ਜਿਹੜਾ ਉਹਨਾਂ ਨੇ ਅਮਰੀਕੀ ਢੱਠਾ ਬਣਾਇਆ ਵਾ, ਉਹ ਇਸ ਨਸਲ ਦੇ ਵਿੱਚ ਨਹੀਂ ਆਉਂਦਾ। ਅਸੀਂ ਆਪ ਚਾਹੁੰਦੇ ਆ ਕਿ ਉਹ ਨਸਲ ਦੁਬਾਰੇ ਤੋਂ ਦੇਸੀ ਗਊਆਂ ਵਿੱਚ, ਦੇਸੀ ਨੰਦੀ ਵਿੱਚ ਉਹੀ ਸਮਾਜ, ਉਹੀ ਭਾਰਤ ਸਰਕਾਰ, ਪੰਜਾਬ ਸਰਕਾਰ ਉਹਨੂੰ ਬਦਲੇ। ਤੇ ਇਹਦੇ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ ਕਿ ਦੇਸੀ ਨੰਦੀ, ਦੇਸੀ ਬਲਦ ਜੇ ਅਸੀਂ ਭਾਰਤ ਮਾਤਾ ਕਹਿੰਦੇ ਆ ਤੇ ਉਹ ਸਾਡਾ ਪਿਤਾਯੋਗ ਹੈ। ਉਹਦੀ ਵੀ ਸੇਵਾ ਅਸੀਂ ਕਰ ਰਹੇ ਹਾਂ। ਹੰਡਾਏ ਵਿੱਚ ਨੰਦੀਆਂ ਵਾਸਤੇ ਇੱਕ ਅਲੱਗ ਤੋਂ ਗਊਸ਼ਾਲਾ ਬਣੀ ਹੋਈ ਆ, ਜਿਹਦੇ ਵਿੱਚ ਸਿਰਫ ਤੇ ਸਿਰਫ ਨੰਦੀ ਬੈਲ ਉਹਦੇ ਵਿੱਚ ਆਉਂਦੇ ਆ। ਤਕਰੀਬਨ 450 ਨੰਦੀ ਉੱਥੇ ਸਾਂਭੇ ਹੋਏ ਆ ਤੇ ਇਹ ਗਊਆਂ ਵਾਸਤੇ ਆ, ਇਹ ਗਊਆਂ ਸਾਂਭਣ ਵਾਸਤੇ ਆ। ਦੋਸਤੋ, ਬਹੁਤ ਜਿਹੜੀ ਵਧੀਆ ਗੱਲ ਅੱਜ ਨੀਲਮਣੀ ਜੀ ਨੇ ਕਹੀ ਹੈ ਵੀ ਜਿਹੜਾ ਸਾਡਾ ਉਪਰਾਲਾ ਇਹ ਇਕੱਲਾ ਗਊ ਮਾਤਾ ਵਾਸਤੇ ਨਹੀਂ, ਢੱਠਿਆਂ ਵਾਸਤੇ ਵੀ ਹੈ। ਮੈਂ ਆਮ ਭਾਸ਼ਾ ਦੇ ਵਿੱਚ ਕਹਿ ਦਿੰਦਾ, ਪਰ ਇਹਨਾਂ ਦਾ ਸਵਾਲ ਇੱਥੇ ਇਹ ਹੈ ਕਿ ਜਿਹੜੇ ਢੱਠੇ ਅਮਰੀਕੀ ਨਸਲ ਦੇ ਨੇ ਉਹ ਸਾਡੀ ਵੰਸ਼ 'ਚ ਨਹੀਂ ਆਉਂਦੇ, ਨਾ ਉਹਨੂੰ ਅਸੀਂ ਪਿਤਾ ਮੰਨਦੇ ਹਾਂ ਤੇ ਨਾ ਉਹਦੇ ਬਾਰੇ ਸਾਡਾ ਕੋਈ ਵਿਚਾਰ ਆ। ਜਿਹੜੇ ਸਾਡੇ ਸੰਸਕ੍ਰਿਤੀ, ਸਾਡੇ ਸਨਾਤਨ ਦੇ ਵਿੱਚ ਆਉਂਦੇ ਸੀ ਉਹ ਦੇਸੀ ਨਸਲ ਸੀ, ਜਿਹੜੀਆਂ ਇਹਨਾਂ ਨੇ ਵਿਸਥਾਰਪੂਰਵਕ ਸਾਨੂੰ ਦੱਸੀਆਂ ਨੇ ਵੀ ਆਹ 3 ਨਸਲਾਂ ਸੀਗੀਆਂ। ਉਹਨਾਂ ਨੂੰ ਅਸੀਂ ਅੱਜ ਵੀ ਸਾਂਭ ਰਹੇ ਹਾਂ। 450 ਢੱਠਾ ਇਹ ਕਹਿੰਦੇ ਵੀ ਹੰਡਿਆਏ ਦੇ ਵਿੱਚ ਅੱਜ ਵੀ ਸਾਂਭਿਆ ਜਾ ਰਿਹਾ, ਜਿਸ ਤੇ ਕੀ ਖਰਚ ਹੁੰਦਾ ਤੁਹਾਨੂੰ ਪਤਾ ਵੀ ਕਮਾਈ ਕੋਈ ਨਹੀਂ। ਆਮ ਲੋਕ, ਆਮ ਜਨਤਾ ਦੇ ਮਨਾਂ ਦੇ ਵਿੱਚ ਸਵਾਲ ਹੁੰਦਾ ਇਹ ਕਿ ਹਿੰਦੂ ਲੋਕ ਨੇ ਜਿਹੜੇ ਉਹ ਸ਼ਾਇਦ ਗਊਆਂ ਰੱਖ ਕੇ ਉਹਦੀ ਦੁੱਧ ਦੇ ਵਾਸਤੇ ਉਹਨਾਂ ਨੂੰ ਸੇਵਾ ਕਰਦੇ ਨੇ ਕਿ ਢੱਠੇ ਨੂੰ ਕੋਈ ਨਹੀਂ ਸਾਂਭਦਾ। ਇੱਕ ਨੀਲਮਣੀ ਜੀ ਹੋਰ ਬਹੁਤ ਵੱਡਾ ਕੁਐਸਚਨ ਸਾਡੇ ਦਿਮਾਗ ਦੇ ਵਿੱਚ ਆ ਰਿਹਾ। ਮੈਂ ਲੋਕਾਂ ਵੱਲੋਂ ਇਹ ਸਵਾਲ ਕਰ ਰਿਹਾ ਕਿ ਲੋਕ ਕਹਿੰਦੇ ਨੇ ਕਿ ਇਹ ਰੋਡਾਂ ਦੇ ਉੱਤੇ ਜਦੋਂ ਐਕਸੀਡੈਂਟ ਕਰਵਾਉਂਦੇ ਨੇ, ਜਿਨ੍ਹਾਂ ਦਾ ਪਰਿਵਾਰ ਦਾ ਕੋਈ ਜੀ ਚਲਿਆ ਗਿਆ ਇਹਨਾਂ ਵਿੱਚ ਟਕਰਾ ਕੇ, ਚਾਹੇ ਉਹ ਮਾਤਾ ਵਿੱਚ ਟਕਰਾ ਕੇ ਚਲਿਆ ਜਾਵੇ, ਚਾਹੇ ਪਿਤਾ ਵਿੱਚ ਟਕਰਾ ਕੇ ਚਲਿਆ ਜਾਵੇ, ਉਸ ਬੰਦੇ ਨੂੰ ਜਾਂ ਉਸ ਪਰਿਵਾਰ ਦੇ ਜੀ ਨੂੰ ਇਹ ਕਿਸੇ ਪੱਖੋਂ ਮਾਤਾ ਨਹੀਂ ਲੱਗੂਗੀ ਜਾਂ ਪਿਤਾ ਨਹੀਂ ਲੱਗੂਗੀ। ਉਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਇਹਨਾਂ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ? ਨਹੀਂ, ਇਹ ਗੱਲ ਤਾਂ ਦੇਖੋ ਹਕੀਕਤ ਆ ਕਿ ਜਿਹੜੇ ਘਰ ਦਾ ਜੀ ਜਾਂਦਾ ਵਾ ਪਹਿਲਾਂ ਤਾਂ ਉਹਦੀ ਜਾਨ ਜਾਂਦੀ ਆ। ਜਾਨ ਨਹੀਂ ਵੀ ਗਈ ਉਹਦੇ ਹੱਥ ਪੈਰ ਟੁੱਟਦੇ ਆ, ਉਹਦਾ ਜਿਹੜਾ ਨੁਕਸਾਨ ਹੁੰਦਾ ਸਰੀਰਕ ਤੌਰ ਤੇ ਉਹ ਨੁਕਸਾਨ ਹੁੰਦਾ। ਉਹ ਤੋਂ ਬਾਅਦ ਜਿਹੜਾ ਉਹਦਾ ਗੱਡੀ ਦਾ ਨੁਕਸਾਨ ਹੁੰਦਾ 5-4 ਲੱਖ ਦਾ, ਉਹ ਨੁਕਸਾਨ ਹੁੰਦਾ। ਸਿਰਫ ਮੈਂ ਇਹ ਕਹਿਣਾ ਚਾਹੁੰਦਾ ਕਿ ਪਹਿਲਾਂ ਤਾਂ ਆਪਾਂ ਇਹ ਸੋਚੀਏ ਕਿ ਗਊ ਜਾਂ ਗਊ ਵੰਸ਼ ਦੇ ਵਿੱਚ ਨੰਦੀ, ਬੈਲ, ਗਊ, ਬੱਚਾ, ਇਹ ਇੱਕ ਗਊ ਵੰਸ਼ ਆ ਜਿਹਨੂੰ ਆਪਾਂ ਗਊ ਵੰਸ਼ ਦੀ ਸ਼੍ਰੇਣੀ ਦਿੰਦੇ ਆ, ਜਿਹਦੇ ਵਿੱਚ ਨੰਦੀ ਬੈਲ ਵੀ ਆਉਂਦਾ, ਗਊ ਮਾਤਾ ਵੀ ਆਉਂਦੀ ਆ, ਬੱਚਾ ਵੀ ਆਉਂਦਾ, ਉਹਨੂੰ ਆਪਾਂ ਮਿਲਾ ਕੇ ਗਊ ਵੰਸ਼ ਕਹਿੰਦੇ ਆ। ਗਊ ਵੰਸ਼ ਆਇਆ ਕਿੱਥੋਂ? ਗਊ ਵੰਸ਼ ਆਪਾਂ ਨੂੰ ਸੋਚਣਾ ਪਊਗਾ ਕਿ ਜਾਂ ਤਾਂ ਅਸਮਾਨ ਤੋਂ ਨਹੀਂ ਡਿੱਗਿਆ, ਨਾ ਜ਼ਮੀਨ ਤੋਂ ਨਹੀਂ ਨਿਕਲਿਆ। ਗਊ ਵੰਸ਼ ਆਪਾਂ ਹੀ ਦੁੱਧ ਚੋ ਕੇ ਨਸਲ ਵਿਗਾੜ ਕੇ ਉਹਨੂੰ ਸੜਕਾਂ ਤੇ ਰੱਸਾ ਖੋਲਤਾ। ਆਪਾਂ ਉਹਨੂੰ ਸੋਚਣਾ ਪਊਗਾ ਕਿ ਗਊ ਵੰਸ਼ ਆਇਆ ਕਿੱਥੋਂ। ਉੱਪਰੋਂ ਇਹ ਆ ਕਿ ਜਦੋਂ ਨੁਕਸਾਨ ਹੁੰਦਾ ਉਦੋਂ ਸਾਰੇ ਜੀਅ ਦਾ ਹੁੰਦਾ, ਤੇ ਆਪਾਂ ਸਾਰੇ ਰਲ ਕੇ ਚਾਹੁੰਦੇ ਆ ਕਿ ਕੋਈ ਵੀ
ਜਿਹੜਾ ਦੇਸੀ ਗਊ ਆ ਜਾਂ ਦੇਸੀ ਨੰਦੀ ਆ ਉਹਦੀ ਆਪਾਂ ਗਊਸ਼ਾਲਾ 'ਚ ਰੱਖੀਏ। ਗਊਸ਼ਾਲਾ 'ਚ ਇਕੱਲੀ ਦੁੱਧ ਵਾਲੀ ਗਊ ਨਹੀਂ ਹੁੰਦੀ, ਹਰ ਇੱਕ ਗਊਸ਼ਾਲਾ 'ਚ 500 ਗਊਆਂ ਹੁੰਦੀਆਂ ਨੇ, ਘੱਟੋ ਘੱਟ 500 ਗਊਆਂ। 500 ਵਿੱਚ 50 ਗਊਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀ ਦੁੱਧ ਦਿੰਦੀਆਂ ਨੇ, 450 ਗਊਆਂ ਹੁੰਦੀਆਂ ਨੇ ਜਿਹੜੀਆਂ ਬਿਨਾਂ ਦੁੱਧ ਦੇ ਹੁੰਦੀਆਂ ਨੇ, ਇਕੱਲੀ ਉਹ ਸੇਵਾ ਵਾਸਤੇ ਹੁੰਦੀ ਆ। ਇੱਕ ਗੱਲ ਮੈਂ ਹੋਰ ਦੱਸਣਾ ਚਾਹੁੰਦਾ ਕਿ ਗਊਸ਼ਾਲਾ ਦੇ ਵਿੱਚ ਜਿਹੜੀ ਗਊ ਆ, ਪਹਿਲਾਂ ਕਿਸੇ ਸਮੇਂ ਆਪਾਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਗਊ ਦੇ ਗੋਬਰ ਨਾਲ ਘਰ ਲੀਪਦੇ ਸੀਗੇ। ਜੱਗ ਕਰਨ ਤੋਂ ਪਹਿਲਾਂ ਆਪਾਂ ਉਹਨੂੰ ਸ਼ੁੱਧ ਮੰਨਦੇ ਸੀਗੇ ਕਿ ਬਈ ਗਊ ਦੇ ਗੋਬਰ ਨਾਲ ਉਹਨੂੰ ਲੀਪਿਆ ਜਾਵੇ, ਉਹ ਥਾਂ ਸ਼ੁੱਧ ਹੋ ਜਾਂਦੀ ਆ, ਵਾਤਾਵਰਣ ਸ਼ੁੱਧ ਹੁੰਦਾ ਵਾ। ਗਊ ਮੂਤਰ, ਪਹਿਲਾਂ ਗਊ ਮੂਤਰ ਅੰਮ੍ਰਿਤ ਹੁੰਦਾ ਸੀ, ਪਰ ਜਿਹੜਾ ਹੁਣ ਆਪਾਂ ਜਰਸੀ ਢੱਠੇ ਦਾ ਜਾਂ ਜਰਸੀ ਗਊ ਦਾ ਜਿਹੜਾ ਗਊ ਮੂਤਰ ਆ ਉਹ ਜ਼ਹਿਰ ਦਾ ਕੰਮ ਕਰ ਰਿਹਾ। ਮੇਰੀ ਹੁਣ ਵੀ ਬੇਨਤੀ ਆ ਕਿ ਇਸ ਜਰਸੀ ਨਸਲ ਨੂੰ ਆਪਾਂ ਜਮਾਂ ਨਾਲ ਸਪੋਰਟ ਕਰੀਏ। ਕੋਈ ਟੀਕੇ ਲਾ ਕੇ, ਕੋਈ ਦੁੱਧ ਦੇ ਲਾਲਾ ਦੇ ਵਿੱਚ ਆਪਾਂ ਇਸ ਨਸਲ ਨੂੰ ਅੱਗੇ ਨਾ ਲੈ ਕੇ ਜਾਈਏ, ਦੇਸੀ ਗਊ ਦਾ ਪਾਲਣ ਕਰੀਏ। ਤੇ ਮੇਰੀ ਬੇਨਤੀ ਆ ਕਿ ਆਪਾਂ ਰਾਤ ਨੂੰ ਡਰਾਈਵ ਵੀ ਸਲੋ ਕਰੀਏ। ਤੀਜੀ ਸਭ ਤੋਂ ਵੱਡੀ ਬੇਨਤੀ ਮੇਰੀ ਆ ਸਰਕਾਰਾਂ ਤੋਂ, ਡੀਸੀ ਜਿਹੜਾ ਜ਼ਿਲ੍ਹੇ ਦਾ ਡੀਸੀ ਹੁੰਦਾ ਉਹ ਕਿਸੇ ਵੀ ਗਊ ਸਾਲਾਵਾਂ ਦਾ ਇੱਕ ਚੇਅਰਮੈਨ ਹੁੰਦਾ ਵਾ। ਪੰਜਾਬ ਸਰਕਾਰ ਨੇ ਇੱਕ ਕਮਿਸ਼ਨ ਬਣਾਇਆ ਹੋਇਆ, ਗਊ ਸੇਵਾ ਕਮਿਸ਼ਨ। ਗਊ ਸੇਵਾ ਕਮਿਸ਼ਨ ਨੂੰ ਇੱਕ ਕੈਬਨਿਟ ਰੈਂਕ ਦਿੱਤਾ ਹੋਇਆ, ਉਹਦੇ 21 ਮੈਂਬਰੀ ਨੇ, ਉਹਨਾਂ ਦੀ ਤਨਖਾਹ ਹੁੰਦੀ ਆ, ਉਹਨਾਂ ਨੂੰ ਸੁਰੱਖਿਆ ਮਿਲੀ ਹੋਈ ਆ, ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਆਫਿਸ ਬਣਿਆ ਹੋਇਆ। ਤੇ ਮੈਂ ਤੁਹਾਨੂੰ ਇੱਕ ਚੀਜ਼ ਧਿਆਨ ਨਾਲ ਕਰਾਉਣਾ ਚਾਹੁੰਦਾ ਕਿ ਇਨਕਮ ਟੈਕਸ ਦਾ ਜਿਹੜਾ ਆਪਾਂ ਨੂੰ ਟੈਕਸ ਪੇ ਕਰਦੇ ਆ ਉਹਦੇ ਵਿੱਚ ਕਾਊ ਸੈਂਸ ਲੱਗਦਾ ਜੀ। ਜਿਹੜਾ ਸ਼ਰਾਬ ਦੇ ਠੇਕਿਆਂ ਦੇ ਸ਼ਰਾਬ ਦੀਆਂ ਬੋਤਲਾਂ ਲੋਕੀ ਲੈਂਦੇ ਆ ਉਹ 'ਚ ਕਾਊ ਸੈਂਸ ਲੱਗਦਾ। ਜਿਹੜਾ ਕਾਰਾਂ ਆਪਾਂ ਨਵੀਂ ਇੰਸ਼ੋਰੈਂਸ ਕਰਦੇ ਆ ਕਾਰਾਂ ਤੇ ਉਹ 'ਤੇ ਕਾਊ ਸੈਂਸ ਲੱਗਦਾ। ਜਿਹੜੇ ਆਪੇ ਘਰੇ ਆਪਾਂ ਵਿਆਹ ਕਰਦੇ ਆ, ਪੈਲੇਸ ਬੁੱਕ ਕਰਦੇ ਆ, ਉਹ 'ਚ ਕਾਊ ਸੈਂਸ ਲੱਗਦਾ। ਇਹ ਸਾਰਾ ਕਾਊ ਸੈਂਸ ਪੰਜਾਬ ਸਰਕਾਰ ਜਾਂ ਕੋਈ ਵੀ ਸਰਕਾਰ ਆ ਦੱਸੇ ਕਿ ਆ ਕਾਊ ਸੈਂਸ ਕਿੱਥੇ ਜਾਂਦਾ। ਜੇ ਉਹ ਲੋਕਾਂ ਦੀ ਸੇਵਾ ਨਹੀਂ ਕਰ ਸਕਦੇ, ਲੋਕਾਂ ਦੀ ਸੁਰੱਖਿਆ ਨਹੀਂ ਕਰ ਸਕਦੇ, ਬੇਸਹਾਰਾ ਗਊ ਵੰਸ਼ ਦੀ ਸੁਰੱਖਿਆ ਨਹੀਂ ਕਰ ਸਕਦੇ, ਫਿਰ ਇਹ ਕਰੋੜਾਂ ਦੀ ਜਿਹੜੇ ਪੈਸੇ ਆ ਰਹੇ ਆ ਕਾਊ ਸੈਂਸ ਦੇ ਤੌਰ ਤੇ ਉਹ ਕਿੱਥੇ ਜਾਂਦਾ। ਇਹ ਮੇਰਾ ਬਹੁਤ ਤਿੱਖਾ ਸਵਾਲ ਆ ਸਰਕਾਰਾਂ ਨੂੰ, ਡੀਸੀ ਸਾਹਿਬ ਨੂੰ ਵੀ ਕਿ ਗਊਸ਼ਾਲਾ 'ਚ ਤਾਂ ਨਿਸ਼ੁਲਕ ਸੇਵਾ ਹੋ ਰਹੀ ਆ। 500 ਗਊਆਂ, ਕੋਈ ਗਊ ਦੁੱਧ ਨਹੀਂ ਦਿੰਦੀ, ਆਹ ਗਊਆਂ ਪਈਆਂ ਨੇ ਇਹ ਦੁੱਧ ਨਹੀਂ ਦਿੰਦੀਆਂ, ਇਹ ਬੇਸਹਾਰਾ ਗਊਆਂ ਨੇ, ਇਹਨਾਂ ਦੀ ਅਸੀਂ ਸੇਵਾ ਕਰਦੇ ਆ। ਸਮਾਜ ਇਹਨਾਂ ਵਾਸਤੇ ਪੈਸਾ ਇਕੱਠਾ ਕਰਦਾ, ਦਾਨ ਦਿੰਦਾ, ਇਹਨਾਂ ਦੀ ਸੇਵਾ ਕਰਦਾ। ਦੁੱਧ ਵਾਲੀਆਂ ਗਊਆਂ ਕੋਈ ਨਹੀਂ ਹੈਗੀਆਂ, ਪਰ ਸਰਕਾਰ ਇਹਦਾ ਜਵਾਬ ਦੇਵੇ ਕਿ ਜਿਹੜੀਆਂ ਸੜਕਾਂ ਤੇ ਬੇਸਹਾਰਾ ਗਊ ਵੰਸ਼ ਘੁੰਮ ਰਿਹਾ ਉਹਦੇ ਵਾਸਤੇ ਸਰਕਾਰ ਕੀ ਐਕਸ਼ਨ ਲੈ ਰਹੀ ਆ। ਅਸੀਂ ਤਾਂ ਕੋਸ਼ਿਸ਼ ਕਰ ਰਹੇ ਆ ਕਿ ਹਰ ਗਊਸ਼ਾਲਾ ਦੇ, ਹੁਣ ਪਰਸੋਂ ਮੇਰੇ ਕੋਲ ਫੋਨ ਆਇਆ ਅਸਪਾਲ ਕਲਾਂ ਤੋਂ ਕਿਸੇ ਮੁੰਡੇ ਦਾ, ਪਿੰਡ ਚੋਂ ਸਰਪੰਚ ਦਾ, ਕਹਿੰਦੇ ਨੀਲਮਣੀ 20 ਗਊਆਂ ਦੇਸੀ ਸਾਡੇ ਕੋਲ ਪਈਆਂ ਨੇ, ਬਰਨਾਲੇ ਗਊਸ਼ਾਲਾ 'ਚ ਛੁਡਾ ਦਿਓ। ਮੈਂ ਗਊਸ਼ਾਲਾ ਨੂੰ ਫੋਨ ਕੀਤਾ, 20 ਗਊਆਂ ਆਈਆਂ, ਅਸੀਂ ਇੱਥੇ ਰਖਾ ਲਈਆਂ, ਪਰ ਸਰਕਾਰ ਦਾ ਰੋਲ ਤਾਂ ਦੱਸੇ ਕਿ ਜਿਹੜੇ ਸੜਕਾਂ ਤੇ ਜਰਸੀ ਢੱਠੇ ਘੁੰਮ ਰਹੇ ਆ, ਮੈਂ ਵੀ ਜਰਸੀ ਢੱਠਾ ਹੀ ਕਹੂੰਗਾ, ਉਹਨਾਂ ਦੇ ਵਾਸਤੇ ਸਰਕਾਰ ਕੀ ਐਕਸ਼ਨ ਲੈ ਰਹੀ ਆ, ਉਹਨਾਂ ਨੂੰ ਕਿੱਥੇ ਸਾਂਭ ਰਹੀ ਆ, ਕਿੱਥੇ ਰੱਖ ਰਹੀ ਆ। ਦੇਸੀ ਦੀ ਸਾਡੀ ਜ਼ਿੰਮੇਵਾਰੀ ਆ, ਸਾਨੂੰ ਫੋਨ ਕਰੋ, ਸਾਨੂੰ ਸੂਚਨਾ ਕਰੋ। ਦੇਸੀ ਨੰਦੀ, ਦੇਸੀ ਗਊਆਂ ਜਿੱਥੇ ਵੀ ਹੋਣਗੀਆਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਗਊਸ਼ਾਲਾ ਤੇ ਹੰਡਿਆਏ ਕੈਟਲ ਹਾਊਸ 'ਚ ਭੇਜਣ ਦੀ। ਨੀਲਮਣੀ ਜੀ, ਇੱਕ ਹੋਰ ਮੇਰੇ ਮਨ ਦੇ ਵਿੱਚ, ਜਹਿਨ ਦੇ ਵਿੱਚ ਸਵਾਲ ਆਇਆ ਕਿ ਸਾਡਾ ਜਿਹੜਾ ਸਨਾਤਨ ਹੈ, ਹਿੰਦੂ ਧਰਮ ਹੈ, ਸਾਡੇ ਮੰਨਿਆ ਜਾਂਦਾ ਕਿ ਜਿਹੜੀ ਹੁਣ ਭਾਜਪਾ ਦੀ ਸਰਕਾਰ ਹੈ ਕੇਂਦਰ ਦੇ ਵਿੱਚ, ਇਹ ਸਨਾਤਨ ਧਰਮ ਨੂੰ ਐਪਰੀਸ਼ੀਏਟ ਕਰ ਰਹੀ ਹੈ, ਹਿੰਦੂਤਵ ਨੂੰ ਬੜਾਵਾ ਦੇ ਰਹੀ ਹੈ। ਕਿ ਜਿਵੇਂ ਤੁਹਾਡਾ ਜਿਵੇਂ ਬਜਰੰਗ ਦਲ ਹੈ ਜਾਂ ਹੋਰ ਬਹੁਤ ਸਾਰੇ ਐਸੇ ਸੰਗਠਨ ਨੇ ਜਿਹੜੇ ਕਿ ਪੂਰੇ ਭਾਰਤ ਦੇ ਵਿੱਚ ਫੈਲੇ ਹੋਏ ਨੇ, ਇਹ ਲੋਕ ਸਰਕਾਰਾਂ ਨਾਲ ਮੀਟਿੰਗਾਂ ਕਰਕੇ ਇਸ ਗੱਲ ਤੇ ਵਿਚਾਰ ਚਰਚਾ ਨਹੀਂ ਕਰਦੇ ਕਿ ਜਿਹੜੀ ਬਾਹਰੋਂ ਆ ਰਹੀ ਨਸਲ ਹੈ ਉਹਨੇ ਸਾਡੀ ਜਿਹੜੀ ਸੰਸਕ੍ਰਿਤੀ ਨੂੰ ਵਿਗਾੜ ਕੇ ਰੱਖ ਦਿੱਤਾ, ਉਹਦੇ ਰੋਕਥਾਮ ਵਾਸਤੇ ਕੋਈ ਉਪਰਾਲਾ ਕੀਤਾ ਜਾਵੇ। ਇਹੋ ਜਿਹੀਆਂ ਤੁਹਾਡੀਆਂ ਕੋਈ ਮੀਟਿੰਗਾਂ ਬਜਰੰਗ ਦਲ ਦੀਆਂ ਜਾਂ ਹੋਰ ਸੰਗਠਨਾਂ ਦੀਆਂ, RSS ਦੀਆਂ, ਇਹ ਨਹੀਂ ਹੁੰਦੀਆਂ ਹੈਗੀਆਂ? ਹੁੰਦੀਆਂ ਨੇ ਜੀ। ਇਹ ਪਿਛਲੇ 4-5 ਸਾਲ ਤੋਂ ਲਗਾਤਾਰ ਵਿਸ਼ਵ ਹਿੰਦੂ ਪਰਿਸ਼ਦ ਨੇ ਇਹ ਟੀਚਾ ਚੱਕਿਆ ਹੋਇਆ ਕਿ ਕੇਂਦਰ ਸਰਕਾਰ ਨਾਲ ਮਿਲ ਕੇ ਜਿਹੜੀ ਨਸਲ ਵਿਗੜ ਗਈ, ਜਿਹੜੀ ਜਰਸੀ ਗਊਆਂ ਜਾਂ ਜਰਸੀ ਨੰਦੀ ਵੈਲ ਇੱਥੇ ਆ ਗਏ, ਉਹਨਾਂ ਦੀ ਨਸਲ ਕਿਵੇਂ ਸੁਧਾਰ ਕੀਤੀ ਜਾਵੇ। ਉਹਦੇ ਬਾਅਦ ਜੇ ਇਹਨਾਂ ਨੂੰ ਬੈਨ ਹੀ ਕਰਵਾ ਦਿੱਤਾ ਜਾਵੇ, ਮੇਰਾ ਕਹਿਣ ਦਾ ਭਾਵ ਇਹ ਹੈ ਨੀਲਮਣੀ ਜੀ ਵੀ ਇਹਨੂੰ ਸਾਡੇ ਭਾਰਤ ਦੇ ਵਿੱਚ ਬੈਨ ਕਰਵਾ ਦਿੱਤਾ ਜਾਵੇ। ਨਹੀਂ, ਸ਼ਾਇਦ ਤੁਹਾਨੂੰ ਹਾਲੇ ਜਾਣਕਾਰੀ ਨਹੀਂ ਹੈ ਕਿ 2 ਸਾਲ ਪਹਿਲਾਂ ਜਿਹੜੇ ਟੀਕੇ, ਜਿਹੜੇ ਜਰਸੀ ਬੈਲ ਦੇ ਜਾਂ ਗਊਆਂ ਦੇ ਟੀਕੇ ਅਮਰੀਕਾ ਤੋਂ ਆਉਂਦੇ ਸੀਗੇ, ਉਹ ਹੁਣ ਨਹੀਂ ਆਉਂਦੇ। ਸ਼ਾਇਦ ਇਹਦੀ ਮੈਂ ਤੁਹਾਨੂੰ ਜਾਣਕਾਰੀ ਦੇਦਾ, 2 ਸਾਲ ਹੋ ਗਏ ਉਹ ਕੋਈ ਵੀ ਟੀਕਾ ਨਹੀਂ ਆ ਰਿਹਾ। ਪਰ ਜਿਹੜੇ 2 ਸਾਲ ਜਾਂ 10 ਸਾਲ ਜਾਂ 15 ਸਾਲ ਤੋਂ ਪਹਿਲਾਂ ਨਸਲ ਵਿਗੜ ਗਈ ਆ, ਉਹ ਤਾਂ ਹੁਣ ਅੱਜ ਕੱਲ ਸਾਡੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਸੜਕਾਂ ਤੇ ਉਹ ਘੁੰਮ ਰਹੇ ਆ। ਉਹਦਾ ਤਾਂ ਕੋਈ ਹੱਲ ਨਹੀਂ ਹੈ। ਆਪਾਂ ਉਹਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਜੀ ਉਹਨੂੰ ਚੱਕ ਕੇ ਲੈ ਜਾਓ ਬੂਚਰਖਾਨੇ 'ਚ ਕੱਟ ਦਿਓ ਜਾਂ ਉਹਨਾਂ ਦਾ ਕੀ ਹੱਲ ਕਰੀਏ। ਇਹ ਤਾਂ ਹੁਣ ਹੌਲੀ ਹੌਲੀ ਨਸਲ ਸੁਧਾਰ ਹੋ ਰਿਹਾ ਵਾ। ਜਿਹੜੀ ਨਸਲ ਸਾਡੀ ਅੱਜ ਤੋਂ 30 ਸਾਲ 40 ਸਾਲ ਪਹਿਲਾਂ ਸੀਗੀ, ਉਹ ਨਸਲ ਹੀ ਦੁਬਾਰੇ ਆ ਰਹੀ ਆ, ਦੇਸੀ ਗਊਆਂ ਦੀ, ਦੇਸੀ ਨੰਦੀ ਦੀ। ਪਰ ਜਿਹੜੀ ਹੁਣ ਚੱਲ ਰਹੀ ਆ ਉਹਦੇ ਵਾਸਤੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਢੱਠਿਆਂ ਨੂੰ, ਉਹਨਾਂ ਬਲਦਾਂ ਨੂੰ ਵੀ ਅਸੀਂ ਕਿਸੇ ਤਰੀਕੇ ਨਾਲ ਕੋਈ ਥਾਵੇਂ ਸੇਵਾ 'ਚ ਲਾਈਏ, ਕੋਈ ਖੇਤੀਬਾੜੀ 'ਚ ਲਾਈਏ। ਹੁਣ ਮੈਂ ਇੱਕ ਐਗਜ਼ਾਮਪਲ ਦਿੰਦਾ,
ਉੱਤਰ ਪ੍ਰਦੇਸ਼ ਦੇ ਵਿੱਚ ਯੋਗੀ ਆਦਿੱਤਿਆਨਾਥ ਦੀ ਸਰਕਾਰ ਆ, ਉਹਨਾਂ ਨੇ ਇੱਕ ਇਹੋ ਜਿਹਾ ਬਿੱਲ ਲੈ ਕੇ ਆਇਆ ਕਿ ਜਿਹੜਾ ਵੀ ਕਿਸਾਨ ਆਪਣੇ ਘਰ ਦੇ ਵਿੱਚ ਜਾਂ ਖੇਤੀ ਦੇ ਵਿੱਚ ਗਊ ਦਾ ਜਾਂ ਬਲਦ ਦਾ ਉਪਯੋਗ ਕਰੂਗਾ ਉਹਨੂੰ 2100 ਰੁਪਏ ਮਹੀਨੇ ਦੇ ਇੱਕ ਗਊ ਤੇ ਇੱਕ ਬਲਦ ਤੇ ਦਿੱਤਾ ਜਾਊਗਾ। ਆਪਾਂ ਪੰਜਾਬ ਸਰਕਾਰ ਵੀ ਉਹ ਜਿਹਾ ਕਰੇ, ਕੋਸ਼ਿਸ਼ ਕਰੇ। ਗਰੀਬ ਕਿਸਾਨ ਨੇ ਜਿਹੜੇ ਜਿਨ੍ਹਾਂ ਦੇ ਕੋਲ ਘੱਟ ਖੇਤੀ ਆ ਉਹ ਜ਼ਰੂਰ ਇਹਦੇ ਬਾਰੇ ਸੋਚੂਗਾ। ਜੇ 2100 ਰੁਪਏ ਉਹਨਾਂ ਨੂੰ ਇੱਕ ਗਊ ਦਾ ਰੱਖਣ ਨੂੰ ਮਿਲੂਗਾ ਤਾਂ ਗਊ ਨੂੰ ਰੱਖੂਗਾ, ਘਰੇ ਖੇਤੀਬਾੜੀ ਵੀ ਕਰੂਗਾ। ਤੇ ਇਹੋ ਜਿਹਾ ਉਪਰਾਲਾ ਆਪਾਂ ਨੂੰ ਵੀ ਕਰਨਾ ਚਾਹੀਦਾ। ਤੇ ਮੈਂ ਜਾਣਕਾਰੀ ਦੇ ਦਾਂ ਕਿ ਜਿਹੜੀ ਅਮਰੀਕੀ ਨਸਲ ਸੀਗੀ ਉਹ ਹੁਣ ਆਪਣੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਨਹੀਂ ਆਉਂਦੀ। ਆਪਾਂ ਦੁਬਾਰੇ ਦੇਸੀ ਨਸਲ ਦੀ ਸੁਧਾਰ ਕਰ ਰਹੇ ਹਾਂ, ਪਰ ਜਿਹੜੇ ਪਹਿਲਾਂ ਆ ਚੁੱਕੇ ਆ ਉਹਨਾਂ ਦੇ ਬਾਰੇ ਜ਼ਰੂਰ ਸਰਕਾਰ ਨੂੰ ਸੋਚਣਾ ਚਾਹੀਦਾ। ਨੀਲਮਣੀ ਜੀ, ਜਿਹੜੇ ਤੁਹਾਡੇ ਤੱਥ ਨੇ, ਤੁਸੀਂ ਕਹਿੰਦੇ ਹੋ ਕਿ 2 ਸਾਲਾਂ ਤੋਂ ਇੱਥੇ ਜਿਹੜਾ ਅਮਰੀਕੀ ਨਸਲ ਦੀਆਂ ਜਿਹੜੀਆਂ ਨਿਜਾਤ ਨਹੀਂ ਹੋਈਆਂ, ਮੈਂ ਦੱਸ ਦੇਣਾ ਚਾਹੁੰਦਾ ਤੁਹਾਨੂੰ, ਪੰਜਾਬ ਦੇ ਵਿੱਚ 90% ਜਿਹੜੇ ਡੇਅਰੀ ਫਾਰਮ ਚੱਲ ਰਹੇ ਨੇ ਉਹ ਅਮਰੀਕੀ ਨਸਲ ਦੇ ਜਾਨਵਰਾਂ ਨਾਲ ਚੱਲ ਰਹੇ ਨੇ। ਇਹਦਾ ਕੀ ਕਾਰਨ ਹੈ ਫਿਰ? ਇਹ ਕਿਉਂ ਵੱਧ ਰਹੇ ਨੇ? ਨਹੀਂ, ਇਹਦੇ ਬਾਰੇ ਤਾਂ ਆਪਾਂ ਨੂੰ ਸੋਚਣਾ ਚਾਹੀਦਾ ਵਾ। ਮੈਂ ਕੁਝ ਦਿਨ ਪਹਿਲਾਂ ਇੱਕ ਆંકੜੇ ਦੇਖ ਰਿਹਾ ਸੀਗਾ ਕਿ ਇੱਕ ਐਗਜ਼ਾਮਪਲ ਦੇ ਰਿਹਾ ਕਿ ਪੰਜਾਬ ਦੇ ਵਿੱਚ 1 ਲੱਖ ਮਤਲਬ ਆਪਾਂ ਕਹੀਏ ਕਿ ਜਿਵੇਂ ਕਹੀਏ ਕਿ 100 ਲੀਟਰ ਦੀ ਆਪਣੇ ਉਪਯੋਗ ਆ। ਹਾਂਜੀ, ਆਪਾਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਦੁੱਧ ਦੀ ਉਪਯੋਗ 100 ਲੀਟਰ ਦੀ ਆ, ਕੰਜ਼ੰਪਸ਼ਨ 100 ਲੀਟਰ 100 ਦੀ ਲੀਟਰ, ਹੈ, ਪਰ ਆਪਣਾ ਹੋ ਰਿਹਾ ਵਾ 10 ਲੀਟਰ, ਪ੍ਰੋਡਕਸ਼ਨ ਮਤਲਬ 10 ਲੀਟਰ ਦੀ ਹੋ ਰਹੀ ਆ। ਤੇ ਆਪਾਂ ਨੂੰ ਸੋਚਣਾ ਪਊਗਾ ਕਿ 90 ਲੀਟਰ ਉਹ ਦੁੱਧ ਕਿੱਥੋਂ ਆ ਰਿਹਾ ਵਾ ਜੀ। ਉਹ 90 ਲੀਟਰ ਦੁੱਧ ਕਿੱਥੋਂ ਆ ਰਿਹਾ? ਇਹ ਬਹੁਤ ਹੀ ਚਿੰਤਾਜਨਕ ਮਤਲਬ ਸਵਾਲ ਆ ਕਿ 90 ਲੀਟਰ ਕਿੱਥੋਂ ਆ ਰਿਹਾ? ਕੀ ਕੈਮੀਕਲ ਨਾਲ ਯੂਜ਼ ਹੋ ਰਿਹਾ? ਕੀ ਜਰਸੀ ਜਿਹੜੀਆਂ ਗਊਆਂ ਨਾਲ ਉਹਨਾਂ ਨਾਲ ਯੂਜ਼ ਹੋ ਰਿਹਾ? ਅੱਜ ਕੱਲ ਆਪਾਂ ਦੇਖਦੇ ਆ ਮੁੰਡਿਆਂ 18 20 ਸਾਲ ਦੇ ਮੁੰਡਿਆਂ ਨੂੰ ਹਾਰਟ ਅਟੈਕ ਹੋ ਰਹੇ ਆ ਜੀ। ਹਾਰਟ ਅਟੈਕ ਹੋ ਰਹੇ ਆ, ਚੱਲਣ 'ਚ ਦਿੱਕਤ ਆ ਰਹੀ ਆ, ਸਾਹ ਫੁੱਲ ਰਹੀ ਆ, ਸਰੀਰ ਕਮਜ਼ੋਰ ਹੋ ਰਿਹਾ। ਇਹ ਕੀ ਕਾਰਨ ਆ? ਆਪਾਂ ਤਾਂ ਆਪਣੇ ਮੁੰਡਿਆਂ ਨੂੰ ਸੋਚਦੇ ਆ ਕਿ ਬਈ ਉਹ ਦੁੱਧ ਪੀ ਰਿਹਾ ਸਵਸਥ ਹੋਊਗਾ, ਪਰ ਉਹ ਦੁੱਧ ਅੱਜ ਜ਼ਹਿਰ ਦਾ ਕੰਮ ਕਰ ਰਿਹਾ। ਜਿਹੜੀ ਜਰਸੀ ਨਸਲਾਂ ਨੇ, ਗਊਆਂ ਨਸਲਾਂ ਨੇ, ਉਹਦਾ ਦੁੱਧ ਪਹਿਲਾਂ ਅੰਮ੍ਰਿਤ ਹੁੰਦਾ ਸੀ ਦੇਸੀ ਗਊਆਂ ਦਾ, ਹੁਣ ਜਰਸੀ ਨਸਲਾਂ ਦਾ ਦੁੱਧ ਜ਼ਹਿਰ ਬਣ ਰਿਹਾ ਵਾ। ਆਪਾਂ ਨੂੰ ਇਹਦੇ ਬਾਰੇ ਮੈਂ ਇੱਥੇ ਤੁਹਾਨੂੰ ਰੋਕਣਾ ਚਾਹਾਂਗਾ। ਮੇਰੇ ਜ਼ਿਹਨ ਦੇ ਵਿੱਚ ਇਹ ਗੱਲ ਹੈ, ਮੈਂ ਬਜ਼ੁਰਗਾਂ ਤੋਂ ਸੁਣੀ ਹੋਈ ਹੈ ਕਿ ਜਿਹੜੀ ਦੇਸੀ ਨਸਲ ਦਾ ਦੁੱਧ ਹੁੰਦਾ ਸੀ ਉਹਨੂੰ ਕਹਿੰਦੇ ਵੀ ਜੇ ਦੇਸੀ ਗਾਂ ਨੂੰ ਕੋਈ ਜ਼ਹਿਰ ਵੀ ਚਾਰ ਜੇ ਤਾਂ ਉਹਦੇ ਦੁੱਧ ਦੇ ਵਿੱਚ ਜ਼ਹਿਰ ਨਹੀਂ ਆਉਂਦਾ ਸੀ। ਮੈਨੂੰ ਨਹੀਂ ਪਤਾ ਵੀ ਇਹ ਸੱਚ ਹੈ ਜਾਂ ਝੂਠ ਹੈ, ਪਰ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਇਹ ਸੱਚ ਹੈ। ਤੇ ਦੂਸਰੀ ਗੱਲ, ਕਹਿੰਦੇ ਜਿਹੜੇ ਬਾਹਰਲੀਆਂ ਨਸਲਾਂ ਅਸੀਂ ਇਜਾਦ ਕੀਤੀਆਂ ਨੇ ਉਹਨਾਂ ਨੂੰ ਜਿਹੋ ਜਿਹਾ ਅਸੀਂ ਖਾਣ ਪਾਣ ਦੇਵਾਂਗੇ ਉਹੋ ਜਿਹਾ ਹੀ ਸਾਡੇ ਬੱਚਿਆਂ ਵਾਸਤੇ ਦੁੱਧ ਦੇਊਗੀ। ਕੀ ਇਹ ਸੱਚ ਹੈ? ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਇਹਦੇ ਵਿੱਚ 100% ਸੱਚਾਈ ਆ। ਸਹਿ ਤੁਹਾਨੂੰ ਪਤਾ ਹੋਵੇ, ਪਹਿਲਾਂ ਜਦੋਂ ਗੁਰਕੁਲ ਦੇ ਵਿੱਚ ਕੋਈ ਵਿਅਕਤੀ ਪਿੰਡ ਦੇ ਵਿੱਚ ਬਿਮਾਰ ਹੁੰਦਾ ਸੀ, ਉਹ ਕਹਿੰਦਾ ਸੀ ਜੀ ਅਸੀਂ ਮਰਨ ਵਾਲੇ ਆ ਜਾਂ ਸਾਨੂੰ ਕੈਂਸਰ ਹੋ ਗਿਆ। ਕੈਂਸਰ ਉਸ ਟਾਈਮ ਨਹੀਂ ਸੀਗਾ, ਪਰ ਕੈਂਸਰ ਤਰੀਕੇ ਦੀਆਂ ਕੋਈ ਬਿਮਾਰੀਆਂ ਹੁੰਦੀਆਂ ਸੀ ਤੇ ਆਪਾਂ ਉਹ ਬੰਦੇ ਦਾ ਮੰਜਾ ਲਿਆ ਕੇ ਗਊਸ਼ਾਲਾ ਦੇ ਵਿੱਚ ਰੱਖ ਦਿੰਦੇ ਸੀ। ਉਹ ਗਊ ਦੀ ਸੇਵਾ ਕਰਦਾ ਸੀ। ਗਊ ਦੇ ਵਿੱਚੋਂ ਜਿਹੜੀ ਸਾਹ ਆਕਸੀਜਨ ਦਾ ਕੰਮ ਕਰਦੀ ਆ। ਹੁਣ ਵੀ ਡਾਕਟਰ ਜਿਹੜੇ ਦੇਸੀ ਗਊਆਂ ਦੇ ਬਾਰੇ ਦੱਸਦੇ ਆ ਕਿ ਜੇ ਕਿਸੇ ਬੰਦੇ ਨੂੰ ਕੈਂਸਰ ਹੋਇਆ ਜਾਂ ਕਿਸੇ ਨੂੰ ਚਰਮ ਰੋਗ ਆ, ਉਹ 1 ਮਹੀਨਾ ਦੇਸੀ ਗਊ ਦੇ ਉੱਪਰ ਜਾ ਕੇ ਹੱਥ ਫੇਰ ਦੇਵੇ, ਉਹਦੇ ਕੋਲ ਜਾ ਕੇ ਸੇਵਾ ਕਰ ਦੇਵੇ, ਉਹਦੇ ਚਰਮ ਰੋਗ ਤੇ ਉਹਦੇ ਕੈਂਸਰ ਦਾ ਹੁਣ ਵੀ ਨਿਜਾਤ ਹੋ ਜਾਂਦਾ। ਪਰ ਜਿਹੜੀ ਹੁਣ ਦੀਆਂ ਗਊਆਂ ਆ ਰਹੀਆਂ ਨੇ ਉਹ ਉਸ ਚਰਮ ਰੋਗ ਨੂੰ ਵਧਾ ਰਹੀਆਂ ਨੇ, ਉਹ ਕੈਂਸਰ ਦਾ ਹੋਰ ਤੋਂ ਜ਼ਿਆਦਾ ਉਹਨਾਂ ਨੂੰ ਕੈਂਸਰ ਨੂੰ ਫੈਲਾ ਰਹੀਆਂ ਨੇ, ਕਿਉਂਕਿ ਉਹ ਜ਼ਹਿਰ ਦਾ ਉਪਯੋਗ ਕਰ ਰਹੇ ਨੇ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਪਹਿਲਾਂ ਵਾਲੇ ਪਿੰਡਾਂ ਦੇ ਸਾਡੇ ਬਜ਼ੁਰਗ ਕਹਿੰਦੇ ਸੀ ਕਿ ਪਹਿਲਾਂ ਵਾਲਾ ਜਿਹੜਾ ਦੁੱਧ ਹੁੰਦਾ ਸੀ ਉਹ ਅੰਮ੍ਰਿਤ ਹੁੰਦਾ ਸੀ, ਹੁਣ ਦਾ ਜਿਹੜਾ ਦੁੱਧ ਆ ਉਹ ਜ਼ਹਿਰ ਦਾ ਕੰਮ ਕਰ ਰਿਹਾ। ਆਪਾਂ ਇੱਕ ਚੀਜ਼ ਨੂੰ ਮੰਨਦੇ ਹਾਂ, ਪਰ ਇਹ ਗੱਲ ਦੇ ਬਾਰੇ ਆਪਾਂ ਨੂੰ ਸੋਚਣਾ ਪਊਗਾ ਇਹਦਾ ਸੁਧਾਰ ਆਪਾਂ ਕਿਵੇਂ ਕਰੀਏ। ਇਹਦੇ ਵਿੱਚ ਸਮਾਜ ਨੂੰ ਇਕੱਠਾ ਹੋ ਕੇ ਜਿਹੜੀਆਂ ਬਾਹਰਲੀਆਂ ਨਸਲਾਂ ਨੇ ਉਹਨੂੰ ਖਤਮ ਕਰਕੇ ਆਪਾਂ ਨੂੰ ਦੇਸੀ ਗਊਆਂ ਦੇ ਬਾਰੇ, ਦੇਸੀ ਨੰਦੀ ਬਾਰੇ ਸੋਚਣਾ ਪਊਗਾ ਤੇ ਉਹਨਾਂ ਦੀ ਸੇਵਾ ਵਾਸਤੇ ਆਪਾਂ ਨੂੰ ਅੱਗੇ ਲੱਗਣਾ ਪਊਗਾ। ਤੇ ਅੰਤ ਦੇ ਵਿੱਚ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਾਰੀ ਕਮਿਊਨਿਟੀ ਨੂੰ? ਸਾਡੀ ਕਮਿਊਨਿਟੀ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਰਹਿੰਦੇ ਆ, ਸਨਾਤਨੀ ਵੀ ਰਹਿੰਦੇ ਆ, ਮੁਸਲਮਾਨ ਵੀ ਰਹਿੰਦੇ ਨੇ, ਸਿੱਖ ਵੀ ਰਹਿੰਦੇ ਨੇ, ਈਸਾਈ ਵੀ ਰਹਿ ਰਹੇ ਨੇ। ਉਹਨਾਂ ਵਾਸਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਗਊ ਰੱਖਿਆ ਵਾਸਤੇ? ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਕਈ ਵਾਰ ਮੈਨੂੰ ਫੋਨ ਆਉਂਦਾ, ਫੋਨ ਤੇ ਕਹਿੰਦੇ ਆ ਨੀਲਮਣੀ ਤੇਰੀ ਮਾਂ ਸੜਕਾਂ ਤੇ ਰੁਲ ਰਹੀ ਆ। ਤੇ ਮੈਂ ਇਹ ਕਹਿਣਾ ਚਾਹੁੰਦਾ, ਚਲੋ ਸਨਾਤਨ ਧਰਮ 'ਚ ਗ੍ਰੰਥਾਂ ਦੇ ਵਿੱਚ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਹੋਇਆ, ਪਰ ਜਿੱਥੇ ਤੱਕ ਮੈਂ ਜਾਣਦਾ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਜਿਹੜੇ ਗਊ ਮੰਨਦੇ ਆ ਬ੍ਰਾਹਮਣ, ਉਹਨਾਂ ਦੇ ਵਾਸਤੇ ਆਪਣੀ ਸ਼ਹੀਦੀ ਦਿੱਤੀ ਸੀ। 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਗਊਆਂ ਵਾਸਤੇ ਜੰਗ ਲੜੀ ਸੀ। ਗਊਆਂ ਵਾਸਤੇ ਕੂਕਿਆਂ ਨੇ ਗਊਆਂ ਵਾਸਤੇ ਆਪਣੇ ਸਰ ਕਟਵਾਏ ਸੀਗੇ। ਇਹ ਚੀਜ਼ਾਂ ਆਪਾਂ ਭੁੱਲ ਨਹੀਂ ਸਕਦੇ। ਇਸ ਪੰਜਾਬ ਦੀ ਧਰਤੀ ਤੇ ਗੁਰੂਆਂ ਨੇ ਗਊ ਨੂੰ ਹੁਣ ਵੀ ਆਪਣੀ ਇਸ਼ਟ ਮੰਨਿਆ ਵਾ, ਆਪਣਾ ਚਲੋ ਮੰਨ ਲਿਆ। ਚਲੋ ਆਪਾਂ ਕਈ ਜਿਹੜੇ ਅੱਜ ਕੱਲ ਨੌਜਵਾਨ ਪੀੜ੍ਹੀ ਆ ਰਹੀ ਆ ਉਹ ਗਊ ਨੂੰ ਨਹੀਂ ਮੰਨਦੇ, ਪਰ ਆਪਾਂ ਗਊ ਨੂੰ ਬੇਜਵਾਨ ਜਾਨਵਰ ਤਾਂ ਮੰਨ ਸਕਦੇ ਆ। ਗਊ ਨੂੰ ਤਾਂ ਨਹੀਂ ਪਤਾ ਜੀ ਮੈਨੂੰ ਭੁੱਖ ਲੱਗ ਰਹੀ ਆ, ਜੇ ਗਊ ਖੇਤਾਂ 'ਚ ਵੜ ਗਈ ਉਹਨੂੰ ਨਹੀਂ ਪਤਾ ਕਿ ਮੈਨੂੰ
ਮੈਂ ਉਹ ਬੋਲ ਕੇ ਨਹੀਂ ਦੱਸ ਸਕਦੀ ਕਿ ਮੈਨੂੰ ਭੁੱਖ ਲੱਗ ਰਹੀ ਆ। ਉਹ ਆਪਾਂ ਦੇ ਵਿੱਚ ਇੱਕ ਸਹਿਨਸ਼ੀਲਤਾ ਹੋਣੀ ਚਾਹੀਦੀ ਹੈ ਕਿ ਜੇ ਉਹਨੂੰ ਭੁੱਖ ਲੱਗ ਰਹੀ ਆ ਆਪਾਂ ਹਰਾ ਪਾ ਦਈਏ, ਤੂੜੀ ਪਾ ਦਈਏ, ਆਪਾਂ ਉਹਨੂੰ ਡਾਂਗ ਮਾਰ ਕੇ ਜਾਂ ਆਪਾਂ ਉਹਨੂੰ ਕਿਰਪਾਨ ਮਾਰ ਕੇ ਫੱਟੜ ਤਾਂ ਨਾ ਕਰੀਏ। ਇਹਨੇ ਤਾਂ ਆਪਣੇ ਇਨਸਾਨੀਅਤ ਆ। ਇੱਕ ਬੇਜਵਾਨ ਜਾਨਵਰ, ਉਹਨੂੰ ਨਹੀਂ ਪਤਾ, ਉਹ ਸੜਕਾਂ ਤੇ ਘੁੰਮ ਰਿਹਾ, ਪਰ ਇਹ ਗਲਤੀ ਆਪਣੀ ਵੀ ਆ ਕਿ ਇਹ ਸਭ ਦੇ ਵਿੱਚ ਰੋਲ ਆਪਣਾ ਵਾ, ਇਹਨੂੰ ਆਪਣਾ ਸੁਧਾਰਨਾ ਪਊਗਾ। ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਦੇਸੀ ਕਿਸਮ ਦੀ ਗਊਵੰਸ਼ ਨੂੰ ਪਾਲੋ ਤੇ ਜਿਹੜੇ ਅਮਰੀਕੀ ਜਰਸੀ ਟੱਠੇ ਆ, ਜਰਸੀ ਗਊ ਆ, ਉਹਨਾਂ ਨੂੰ ਬਾਹਰ ਕੱਢੋ, ਉਹਨਾਂ ਦਾ ਬਹਿਸ਼ਕਾਰ ਕਰੋ। ਤੇ ਸਰਕਾਰ ਨੂੰ ਵੀ ਇਹੀ ਬੇਨਤੀ ਆ ਕਿ ਹੁਣ ਕੋਈ ਵੀ ਨਸਲ ਬਾਹਰਲੀ ਨਾ ਲਿਆਈ ਜਾਵੇ ਤੇ ਦੇਸੀ ਨਸਲ ਦਾ ਹੀ ਉਪਯੋਗ ਕੀਤਾ ਜਾਵੇ ਤੇ ਗਊਆਂ ਦੇ ਗਊਵੰਸ਼ ਵਿੱਚ ਸੁਧਾਰ ਲਿਆਤਾ ਜਾਵੇ। ਤੇ ਪੰਜਾਬ ਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਸ਼ਿਕਾਰ ਹੋ ਰਹੀ ਆ, ਇੱਕ ਸੋਚ ਆ ਜਿਹੜੀ ਦੂਗਾ ਤੁਸੀਂ ਮੇਰੇ ਤੋਂ ਪੁੱਛੀ ਆ ਕਿ ਜਿਹੜਾ ਆਪਾਂ ਖਾਣ ਪਾਣ ਰੱਖਾਂਗੇ ਆਪਣੇ ਗਊਆਂ ਦਾ ਉਹੋ ਜਿਹਾ ਹੀ ਨੇਚਰ ਬਣੂਗਾ। ਆਪਾਂ ਕੀ ਖਾ ਰਹੇ ਆ ਇਹ ਆਪਾਂ ਨੂੰ ਸੋਚਣਾ ਪਊਗਾ। ਆਪਾਂ ਮਾਂਸ ਮਦਰਾ ਖਾ ਰਹੇ ਆ, ਉਹੀ ਕਈ ਵਾਰ ਆਪਾਂ ਗਲਤੀਆਂ 'ਚ ਟੋਟੇ ਉੱਥੇ ਸਿੱਟ ਦਿੰਦੇ ਆ। ਕਈ ਵਾਰ ਅੱਜ ਕੱਲ੍ਹ ਜਿਹੜੀ ਜਰਸੀ ਨਸਲ ਦੀ ਗਊਆਂ ਤੇ ਉਹ ਆ ਰਹੇ ਆ ਟੱਠੇ, ਉਹ ਉਸੇ ਪ੍ਰਗਤੀ ਦੇ ਬਣ ਰਹੇ ਆ। ਤੇ ਆਪਾਂ ਨੂੰ ਬੇਨਤੀ ਆ ਆਪਾਂ ਦੇਸੀ ਗਊਆਂ ਨੂੰ, ਦੇਸੀ ਨੰਦੀਆਂ ਨੂੰ ਪਾਲੀਏ, ਉਹਨਾਂ ਦੀ ਸੇਵਾ ਕਰੀਏ ਤੇ ਉਹੋ ਜਿਹੀ ਸੋਚ ਰੱਖੀਏ। ਇੱਕ ਨੀਲਮਣੀ ਜੀ, ਜਿਹੜਾ ਕਾਊ ਸੈਸ ਹੈ ਹਰ ਚੀਜ਼ ਦੇ ਵਿੱਚ ਲੱਗਿਆ ਹੋਇਆ, ਉਹਦਾ ਪੈਸਾ ਤੁਹਾਡੇ ਹਿਸਾਬ ਨਾਲ ਕਿੱਥੇ ਇਸਤੇਮਾਲ ਹੋ ਰਿਹਾ? ਡੀਸੀ ਜਿਹੜਾ ਵਾ ਕਿਸੇ ਜ਼ਿਲ੍ਹੇ ਦਾ ਡੀਸੀ ਹੁੰਦਾ, ਉਹ ਇਸ ਗਊਸ਼ਾਲਾ ਜਿੰਨੀਆਂ ਗਊਸ਼ਾਲਾ ਖੁੱਲਦੀਆਂ ਨੇ ਉਹਦੇ ਵਿੱਚ ਉਹ ਡੀਸੀ ਦਾ ਰੋਲ ਹੁੰਦਾ, ਉਹ ਡੀਸੀ ਦਾ ਚੇਅਰਮੈਨ ਹੁੰਦਾ। ਨਹੀਂ, ਡੀਸੀ ਤੋਂ ਇਲਾਵਾ ਮੈਂ ਪੁੱਛਣਾ ਚਾਹੁੰਦਾ ਜਿਹੜਾ ਉਹਦਾ ਫੰਡ ਇਕੱਠਾ ਹੁੰਦਾ ਉਹ ਕਿੱਥੇ ਇਸਤੇਮਾਲ ਕੀਤਾ? ਇਹ ਤਾਂ ਹੁਣ ਸਰਕਾਰ ਦੱਸੂ ਨਾ ਕਿ ਜਿਹੜਾ ਇਨਕਮ ਟੈਕਸ ਤੇ ਸ਼ਰਾਬ ਦੀਆਂ ਬੋਤਲਾਂ ਤੇ ਜਿਹੜੇ ਮੈਰਿਜ ਪੈਲੇਸ ਆ ਇਹਨਾਂ ਤੇ ਗੱਡੀਆਂ ਦੇ ਇੰਸ਼ੋਰੈਂਸ ਤੇ ਜਿਹੜਾ ਵੀ ਕਾਊ ਟੈਕਸ ਲੱਗਦਾ ਵਾ, ਉਹ ਕਾਊ ਸੈਂਸ ਕਿੱਥੇ ਜਾਂਦਾ? ਸਰਕਾਰ ਜਵਾਬ ਦੇਵੇ। ਕਰੋੜਾਂ ਦੀ ਆਵੋ ਗਊਸ਼ਾਲਾ ਨੂੰ ਦੇਵੇ। ਗਊਸ਼ਾਲਾ ਨੂੰ ਅੱਜ ਚਲਾਉਣ ਵਾਸਤੇ ਧਨ ਦੀ ਲੋੜ ਆ। ਗਊਸ਼ਾਲਾ 'ਚ ਧਨ ਕਿੱਥੋਂ ਆਉਂਦਾ? ਕੋਈ ਆਮਦਨੀ ਤਾਂ ਹੈ ਨਹੀਂ ਗਊਸ਼ਾਲਾ ਕੋਲ, ਨਾ ਗਊਸ਼ਾਲਾ ਕੋਈ ਇਹੋ ਜਿਹਾ ਮਤਲਬ ਉਪਯੋਗ ਕਰਦੇ ਪ੍ਰੋਡਕਟ ਬਣਾਉਂਦੇ ਆ। ਸਿਰਫ ਉਹ ਆਮ ਲੋਕਾਂ ਦੀ ਸਹਾਇਤਾ ਨਾਲ ਹੀ ਗਊਸ਼ਾਲਾ ਚੱਲਦੀਆਂ ਨੇ। ਸਰਕਾਰ ਨੂੰ ਚਾਹੀਦਾ ਵਾ ਕਿ ਜਿਹੜਾ ਵੀ ਕਾਊ ਸੈਂਸ ਇਕੱਠਾ ਹੁੰਦਾ ਉਹ ਹਰ ਜ਼ਿਲ੍ਹੇ ਦਾ ਕਾਊ ਸੈਂਸ ਉੱਥੇ ਦੀ ਲੋਕਲ ਗਊਸ਼ਾਲਾ ਨੂੰ ਦੇਵੇ। ਜਿਵੇਂ ਆ ਹੁਣ ਕਾਮਤੇ ਨੂੰ ਗਊਸ਼ਾਲਾ 'ਚ ਹਸਪਤਾਲ ਖੁੱਲਿਆ ਵਾ ਨੰਦੀ, ਇਹ ਸਰਕਾਰ ਦੀ ਮਦਦ ਨਾਲ ਖੁੱਲਿਆ? ਇਹ ਸਰਕਾਰ ਦੀ ਮਦਦ ਨਾਲ ਨਹੀਂ ਖੁੱਲਿਆ ਜੀ, ਇਹ ਸਮਾਜ ਦੀ ਮਦਦ ਨਾਲ ਖੁੱਲਿਆ ਵਾ। ਪਰ ਸਰਕਾਰ ਨੂੰ ਚਾਹੀਦਾ ਕਿ ਇਸ ਕਾਮਧੇਨੂ ਗਊਸ਼ਾਲਾ ਦੀ ਆਰਥਿਕ ਤੌਰ ਤੇ ਮਦਦ ਕਰੇ, ਹਸਪਤਾਲ ਚਲਾਉਣ ਵਾਸਤੇ ਉਹਨਾਂ ਨੂੰ ਵਧੀਆ ਜਿਹੜੀਆਂ ਨਵੇਂ ਸਾਧਨ ਨੇ ਉਹ ਦੇਵੇ, ਆਰਥਿਕ ਤੌਰ ਤੇ ਮਦਦ ਕਰੇ। ਜਿਵੇਂ ਉਹ ਸਾਹਮਣੇ ਖੜੀ ਆ ਗਊ ਐਂਬੂਲੈਂਸ, ਇਹੋ ਜਿਹੀ ਇੱਕ ਗੱਡੀ ਲਿਆ ਕੇ ਦੇਵੇ ਤਾਂ ਕਿ ਉਹਦੇ ਵਿੱਚ ਜਿਹੜੀਆਂ ਗਊਆਂ ਸੜਕਾਂ ਤੇ ਐਕਸੀਡੈਂਟ ਹੁੰਦਾ ਉਹਨਾਂ ਨੂੰ ਚੱਕ ਕੇ ਲਿਆਉਣ, ਸੇਵਾ ਕਰਨ ਵਿੱਚ ਸਾਰੇ ਜਿੰਨੇ ਵੀ ਗਊ ਭਗਤ ਨੇ ਉਹ ਕੰਮ ਕਰ ਸਕਣ। ਸਰਕਾਰ ਤੋਂ ਇਹ ਅਪੀਲ ਆ ਕਿ ਕਾਊ ਸੈਂਸ ਦਾ ਕੁਝ ਤਾਂ ਹਿੱਸਾ ਆਪਾਂ ਵੀ ਹਰ ਕੰਮ ਦੇ ਵਿੱਚ ਦਸਵੰਧ ਕੱਢ ਕੇ ਅੱਗੇ ਕੰਮ ਕਰਦੇ ਆ। ਤੇ ਸਰਕਾਰ ਨੂੰ ਵੀ ਚਾਹੁੰਦਾ ਕਿ ਸਾਡਾ ਹੀ ਜਿਹੜਾ ਪੈਸਾ ਵਾ ਕਾਊ ਸੈਂਸ ਦਾ, ਉਹਦਾ ਸਰਕਾਰ ਦਾ ਪੈਸਾ ਨਹੀਂ ਹੈ, ਉਹ ਸਰਕਾਰ ਕਾਊ ਸੈਂਸ ਦੇ ਨਾਂ ਤੇ ਲੈਂਦੀ ਆ। ਉਹ ਪੈਸਾ ਗਊ ਭਗਤਾਂ ਨੂੰ ਦੇਵੇ ਤਾਂ ਕਿ ਗਊ ਸੇਵਾ ਦੇ ਵਿੱਚ ਉਹ ਪੈਸੇ ਦਾ ਕੰਮ ਆ ਸਕੇ। ਡਾਕਟਰ ਸਾਹਿਬ ਨੇ ਸਾਡੇ ਨਾਲ ਹਸਪੀਟਲ ਦੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਇਹ ਗਾਂ ਜਾਂ ਟੱਠਾ ਹੈ ਜੀ? ਇਹ ਗਊ ਆ ਜੀ। ਇਹ ਗਊ ਹੈ। ਇਹਨੂੰ ਕਿੱਥੋਂ ਲੈ ਕੇ ਆਏ ਹੋ ਇੰਨੇ ਜ਼ਖਮੀ ਹਾਲਾਤ ਦੇ ਵਿੱਚ, ਤੇ ਇਹਦਾ ਕੀ ਇਲਾਜ ਕੀਤਾ ਤੁਸੀਂ? ਇਹਦੇ ਜੀ ਤਕਰੀਬਨ ਡੇਲੀ ਆਪਣਾ ਇੰਜੈਕਸ਼ਨ ਤੇ ਟ੍ਰੀਟਮੈਂਟ ਲੱਗਦਾ ਰਹਿੰਦਾ ਹੈਗਾ ਜੀ। ਤੇ ਇੱਕ ਟ੍ਰੇਨ ਵਾਲੀ ਦੇ ਵਿੱਚ ਅੱਛਾ, ਲੈਣ ਜਿੱਥੋਂ ਦੀ ਕਾਰ ਗੱਡੀ ਲੰਘਦੀ ਹੈ ਹਾਂਜੀ ਹਾਂ, ਉਹਦੇ ਨਾਲ ਜਿਹੜੀ ਪਟੜੀ ਹੁੰਦੀ ਹੈ ਉਹਦੇ ਦਰਮਿਆਨ ਵਿੱਚ ਆ ਗਈ ਸੀ? ਹਾਂਜੀ ਹਾਂ। ਇਹ ਸਾਡੇ ਕੋਲੇ ਬਰਨਾਲੇ ਤੋਂ ਕੋਈ ਛੱਡ ਕੇ ਗਿਆ ਸੀਗਾ ਜੀ, ਸਾਡੀ ਸੰਸਥਾ ਹੀ ਇਹਨੂੰ ਲੈ ਕੇ ਆਈ ਸੀਗੀ ਜੀ। ਤੇ ਇਹਦਾ ਡੇਲੀ ਟ੍ਰੀਟਮੈਂਟ ਹੁੰਦਾਗਾ ਤੇ ਤਕਰੀਬਨ ਇਹ ਹੁਣੇ ਸ਼ੌਕ ਦੇ ਵਿੱਚ ਆ। ਸ਼ੌਕ ਦੇ ਵਿੱਚ ਡਰੀ ਹੋਈ ਹੈ? ਹਾਂ, ਡਰੀ ਹੋਈ ਆ ਤਕਰੀਬਨ। ਨਾ ਤਾਂ ਇਹਨੇ ਬਹੁਤ ਦਿਨਾਂ ਤੋਂ ਕੁਝ ਖਾਧਾ ਤੇ ਡ੍ਰਿਪਾਂ ਵੀ ਲੱਗਦੀਆਂ ਨੇ ਜੀ, ਤੇ ਆਪਣਾ ਇੰਜੈਕਸ਼ਨ ਵੀ ਲਾਉਂਦੇ ਆ ਤੇ ਚਲੋ ਹੁਣ ਇਹਦੀ ਉਹਦਾ ਵੈਸੇ ਸੇਵਾ ਹੀ ਆ ਜੀ। ਜੇ ਦੇਖਿਆ ਜਾਵੇ ਤਾਂ ਵੀ ਆਪਾਂ ਪਹਿਲੇ ਦੀ ਪੂਰੀ ਕੋਸ਼ਿਸ਼ ਕਰਕੇ ਦੇਖੀ ਆ, ਪਰ ਫਿਰ ਵੀ ਆਪਾਂ ਨਹੀਂ ਹਿੰਮਤ ਹਾਰੀ ਦੀ ਕਰਦੇ ਆ ਹਲੇ ਵੀ ਟ੍ਰੀਟਮੈਂਟ। ਠੀਕ ਹੈ। ਤਕਰੀਬਨ ਇਹ ਸਾਡੇ ਕੋਲ ਇਹਨੂੰ 1 ਹਫ਼ਤਾ ਹੋ ਗਿਆ ਜੀ। ਡਾਕਟਰ ਸਾਹਿਬ, ਜਿਹੜਾ ਇਹ ਹਸਪੀਟਲ ਖੋਲ੍ਹਿਆ ਗਿਆ ਹੈਗਾ, ਇਹ ਕਿਹਨਾਂ ਦੀ ਮਦਦ ਨਾਲ ਖੋਲ੍ਹਿਆ ਗਿਆ ਤੇ ਕਦੋਂ ਤੋਂ ਚੱਲ ਰਿਹਾ ਹੈ? ਇਹ ਜੀ ਪਹਿਲਾਂ ਅਸੀਂ ਆਪਣਾ ਸੰਸਥਾ ਦੇ ਵਿੱਚ ਕੰਮ ਕਰਦੇ ਸੀਗੇ ਅਸੀਂ, ਤੇ ਪਹਿਲਾਂ ਵੀ ਇਹ ਬਰਨਾਲੇ ਦੀ ਜਿਹੜੀ ਸੰਸਥਾ ਜੀ, ਕੀ ਨਾਮ ਹੈ ਜੀ ਸੰਸਥਾ? ਨੰਦੀ ਗਊ ਸੇਵਾ ਸੰਮਤੀ, ਤੇ ਉਹਨਾਂ ਦੇ ਦੁਆਰਾ ਖੋਲ੍ਹਿਆ ਗਿਆ ਹੈਗਾ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਹੁਣ ਤੱਕ। ਦੋਸਤੋ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਇੱਥੇ ਇੱਕ ਬੇਜਵਾਨ ਦੀ ਲੱਤ ਟੁੱਟ ਗਈ ਸੀ। ਇਹਨਾਂ ਦਾ ਪਲਾਸਟਰ ਕਰਕੇ ਇਹਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨੰਦੀ ਸੇਵਾ ਗਊ ਸੇਵਾ ਸੰਮਤੀ ਵੱਲੋਂ। ਉਹਦੇ ਸਾਡੇ ਨਾਲ ਵਿਕਾਸ ਜੀ ਨੇ। ਵਿਕਾਸ ਜੀ, ਜਿਹੜਾ ਇਹ ਪਲਾਸਟਰ ਲੱਗਿਆ ਹੋਇਆ ਹੈ ਬੇਜਵਾਨ ਦੇ, ਇਹ ਤੁਸੀਂ ਕਿੱਥੋਂ ਇਹਨੂੰ ਲੈ ਕੇ ਆਏ ਹੋ ਤੇ ਇਹਦਾ ਕੀ ਮਤਲਬ ਤੁਸੀਂ ਇਲਾਜ ਕੀਤਾ? ਇਹ ਵੀਰ ਜੀ ਸਾਨੂੰ ਇਹ ਪਿੰਡ ਹਸਪਤਾਲ ਕਲਾਂ ਤੋਂ ਮਿਲਿਆ ਸੀਗਾ ਜੀ। ਬੱਚਾ ਕਿਸੇ ਗਊ ਸੇਵਕ ਦਾ ਹੀ ਫੋਨ ਆਇਆ ਸਾਨੂੰ ਵੀ ਇਸ ਬੱਚੇ ਦੀ ਲੱਤ ਟੁੱਟ ਚੁੱਕੀ ਹੈ
ਅਸੀਂ ਉਹਨੂੰ ਆਪਦੀ ਗੱਡੀ ਭੇਜ ਕੇ ਇਹਨੂੰ ਬਰਨਾਲੇ ਪਹਿਲਾਂ ਗਊਸ਼ਾਲਾ 'ਚ ਮੰਗਵਾਇਆ, ਤਾਂ ਫਿਰ ਆਪਣੇ ਡਾਕਟਰ ਸਾਹਿਬ ਨੇ ਇਹਦੇ ਪਲਸਤਰ ਕੀਤਾ। ਤਕਰੀਬਨ ਪਲਸਤਰ ਕੀਤੇ ਨੂੰ 20 ਤੋਂ 25 ਦਿਨ ਹੋ ਚੁੱਕੇ ਨੇ। ਜੀ। ਹੁਣ ਇਹਦੀ ਲੱਤ ਬਿਲਕੁਲ ਠੀਕ ਹੋ ਚੁੱਕੀ ਹੈ। ਕੱਲ ਨੂੰ ਜਾਂ ਪਰਸੋਂ ਤੱਕ ਇਹਦਾ ਪਲਸਤਰ ਕੱਟ ਦਿੱਤਾ ਜਾਵੇਗਾ। ਠੀਕ ਹੈ ਜੀ। ਕਿਹੜੀ ਗੱਡੀ ਤੁਹਾਡੇ ਕੋਲੇ ਕਿਹੜੀ ਰੱਖੀ ਹੋਈ ਹੈ ਇਹਨਾਂ ਨੂੰ ਲੈ ਕੇ? ਤਾਂ ਅਸੀਂ ਇੱਕ ਸੇਵਾ ਲਈ ਛੋਟੇ ਹਾਥੀ ਨਾਲ ਕੰਟੈਕਟ ਕੀਤਾ ਹੋਇਆ ਹੈ, ਜੀ। ਪਰ ਅਸੀਂ ਇੱਕ ਐਂਬੂਲੈਂਸ ਲੈ ਚੁੱਕੇ ਹਾਂ, ਗਊਆਂ ਵਾਲੀ ਬਲੈਰੋ ਪਿਕਅਪ ਲੈ ਚੁੱਕੇ ਹਾਂ। ਜੀ। ਉਹਦੇ ਪਿੱਛੇ ਅਸੀਂ ਲਿਫਟ ਲਵਾ ਰਹੇ ਹਾਂ। ਉਹ ਕੋਸ਼ਿਸ਼ ਹੈ ਸਾਡੀ 10 ਤੋਂ 15 ਦਿਨ ਦੇ ਵਿੱਚ ਅਸੀਂ ਸ਼ਹਿਰ 'ਚ ਸੇਵਾ ਲਈ ਉਤਾਰ ਦਾਂਗੇ ਉਹਨੂੰ। ਜੀ। ਸੋ ਇੱਕ ਮੈਨੂੰ ਇਹ ਜਾਣਕਾਰੀ ਦਿੰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਅੱਜ ਜਿਹੜਾ ਬਹੁਤ ਵੱਡਾ ਉਦਮ ਕੀਤਾ, ਸਨਾਤਨ ਜਾਂ ਹਿੰਦੂ ਲੋਕਾਂ ਤੋਂ ਬਿਨਾਂ ਸਾਰੇ ਕਮਿਊਨਿਟੀ ਦੀ ਇਹ ਸ਼ਿਕਾਇਤ ਰਹਿੰਦੀ ਸੀ ਕਿ ਜਿਹੜੇ ਜ਼ਖਮੀ ਹੋ ਜਾਂਦੇ ਨੇ ਜਾਂ ਜਿਹੜੇ ਦੁੱਧ ਦੇਣੋਂ ਹਟ ਜਾਂਦੇ ਨੇ ਉਹਨਾਂ ਨੂੰ ਸਾਡੇ ਲੋਕ ਜਾਂ ਹਿੰਦੂ ਲੋਕ ਸੰਭਾਲਦੇ ਨਹੀਂ। ਅੱਜ ਤੁਸੀਂ ਉਹਨਾਂ ਵਾਸਤੇ ਬਹੁਤ ਸੋਹਣਾ ਇਨੀਸ਼ੀਏਟਿਵ ਕੀਤਾ, ਹਸਪੀਟਲ ਖੋਲ੍ਹਿਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਕਿਹਦੇ ਸਹਿਯੋਗ ਨਾਲ ਇਹ ਤੁਸੀਂ ਐਡਾ ਉਪਰਾਲਾ ਕੀਤਾ? ਵੀਰੇ ਪਹਿਲਾਂ ਤਾਂ ਸਾਰਿਆਂ ਨੂੰ ਜੈ ਗਊ ਮਾਤਾ ਦੀ। ਇਹ ਵੀਰੇ ਇੱਕ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਚੱਲ ਰਹੇ ਆ ਤੇ ਉਹਨਾਂ ਦੀ ਸੇਵਾ ਨਾਲ ਹੀ ਦੇਖੋ ਗਊ ਮਾਤਾ ਨੇ ਕਰਵਾਉਣਾ ਹੈ ਜੀ। ਤੇ ਉਸ ਤੋਂ ਬਾਅਦ ਇਹ ਮੇਰਾ ਇੱਕ ਦਿਲੋਂ ਸੁਪਨਾ ਸੀ ਵੀ ਇੱਕ ਗਊ ਮਾਤਾ ਦੀ ਹਸਪੀਟਲ ਬਣੇ, ਜੋ ਲੋਕ ਸਾਂਭਦੇ ਨਹੀਂ ਜਾਂ ਲੋਕ ਕਹਿੰਦੇ ਨੇ ਵੀ ਇਹ ਤਾਂ ਬੇਸਹਾਰਾ ਨੇ, ਅਵਾਰਾ ਤੁਰੀਆਂ ਫਿਰਦੀਆਂ ਨੇ। ਅਸੀਂ ਇਹਨੂੰ ਅਸੀਂ ਬੇਸਹਾਰਾ ਗਊ ਕਹਿੰਦੇ ਆ। ਲੋਕ ਤਾਂ ਕਹਿੰਦੇ ਨੇ ਅਵਾਰਾ, ਅਸੀਂ ਪਰ ਇਹਨਾਂ ਨੂੰ ਬੇਸਹਾਰਾ ਕਹਿੰਦੇ ਵੀ ਜਿਨ੍ਹਾਂ ਨੂੰ ਆਪਦੀ ਜ਼ਮੀਨ ਚੋਂ ਬਾਹਰ ਕੱਢਿਆ ਹੋਇਆ, ਜਿਨ੍ਹਾਂ ਦੀ ਗੋਚਰ ਭੂਮੀ ਸਰਕਾਰ ਅੰਡਰ ਨੇ ਜਾਂ ਲੋਕ ਦੱਬੀ ਬੈਠੇ ਨੇ। ਸਾਡੀ ਇਹੀ ਮੰਗ ਹੈ ਵੀ ਉਹ ਵੀ ਛਡਵਾਈ ਜਾਵੇ ਲੋਕਾਂ ਤੋਂ ਡੀਸੀ ਅੰਡਰ ਕਹਿ ਕੇ। ਤੇ ਉਸ ਤੋਂ ਬਾਅਦ ਅਸੀਂ ਬਹੁਤ ਉਪਰਾਲੇ ਕਰ ਰਹੇ ਹਾਂ ਵੀ ਚਲੋ ਇਹਨਾਂ ਨੂੰ ਜੋ ਕਿੱਥੇ ਤੱਕ ਸਾਡੀ ਪਹੁੰਚ ਹੈ ਵੀ ਅਸੀਂ ਇਹਨਾਂ ਨੂੰ ਸਾਂਭੀਏ। ਸਾਰੇ ਹਿੰਦੂ ਧਰਮ ਦੇ ਲੋਕਾਂ ਨੂੰ ਜਾਂ ਸਲਾਹ ਦੇਣ ਵਾਲੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਹਿੰਦੂ ਧਰਮ ਦੇ ਜਾਂ ਅਸੀਂ ਧਰਮ ਦੇ ਵਿੱਚ ਵੈਸੇ ਡਿਫਰੈਂਸ਼ੀਏਟ ਨਹੀਂ ਕਿਸੇ ਨੂੰ ਕਰਨਾ ਚਾਹੁੰਦੇ, ਕਿਉਂਕਿ ਮੈਂ ਤੁਰਿਆ ਫਿਰਦਾ ਰਹਿੰਦਾ, ਪੱਤਰਕਾਰਤਾ ਕਰਦਾ, ਇਸ ਕਰਕੇ ਮੇਰੇ ਅੱਗੇ ਇਹ ਸਵਾਲ ਜਵਾਬ ਆਉਂਦੇ ਰਹਿੰਦੇ ਨੇ। ਮੈਂ ਬੇਨਤੀ ਕਰਦਾ ਕਿ ਹੁਣ ਤੁਸੀਂ ਦੁਕਾਨਾਂ 'ਚ ਜਾਂ ਖੇਤਾਂ 'ਚ ਬਹਿ ਕੇ ਜੈ ਗਊ ਮਾਤਾ ਤਾਂ ਕਰਦੇ ਹੋ, ਵਧੀਆ ਗੱਲ ਹੈ, ਪਰ ਹੁਣ ਇਹਨਾਂ ਦੀ ਹੈਲਪ ਜ਼ਰੂਰ ਕਰੋ। ਇਹਨਾਂ ਨੂੰ ਜਿਹੜਾ ਤਿਲ ਫੁੱਲ ਦੀ ਰਾਸ਼ੀ ਹੈ ਜਿਹੜੀ ਜਾਂ ਜਿਹੜਾ ਵੀ ਸਹਿਯੋਗ ਤੁਸੀਂ ਕਰ ਸਕਦੇ ਹੋ ਉਹ ਲਾਜ਼ਮੀ ਕਰੋ, ਤਾਂ ਹੀ ਇਹ ਹਸਪਤਾਲ ਕਾਮਯਾਬ ਹੋਣਗੇ, ਤਾਂ ਹੀ ਇਹ ਸੇਵਾ ਕਰ ਸਕਣਗੇ, ਤਾਂ ਹੀ ਜਿਹੜੇ ਬੇਸਹਾਰਾ ਜਾਨਵਰ ਸੜਕਾਂ ਦੇ ਰੁਲਦੇ ਫਿਰਦੇ ਨੇ ਜਾਂ ਕੀੜੇ ਪੈ ਕੇ ਮਰ ਜਾਂਦੇ ਨੇ ਉਹਨਾਂ ਦੀ ਮਦਦ ਹੋ ਸਕੂਗੀ। ਸੋ ਦੋਸਤੋ, ਹੁਣ ਤੁਹਾਡਾ ਇਹ ਸ਼ਿਕਵਾ ਵੀ ਇਹ ਸਾਡੇ ਸ਼ਹਿਰ ਵਾਸੀਆਂ ਨੇ ਦੂਰ ਕਰਤਾ। ਕੀ ਕਹਿੰਦੇ ਸੀਗੇ ਵੀ ਦੁਧਾਰੂ ਜੀਵ ਰੱਖੇ ਜਾਂਦੇ ਨੇ ਇਕੱਲੇ ਉਹਨਾਂ ਤੋਂ ਦੁੱਧ ਲੈਣ ਵਾਸਤੇ। ਸੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਮੈਂ ਕਾਮਤੇ ਨੂੰ ਗਊਸ਼ਾਲਾ ਹੰਡਿਆਇਆ ਦੇ ਵਿੱਚ ਹਾਂ ਤੇ ਜਿੱਥੇ ਇੱਕ ਹਸਪਤਾਲ ਖੁੱਲ੍ਹਿਆ ਬੇਸਹਾਰਿਆਂ ਦੇ ਇਲਾਜ ਕਰਨ ਵਾਸਤੇ। ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਓ, ਚੰਗਾ ਹੋਏਗਾ। ਮੈਸੇਜ ਬਹੁਤ ਸੋਹਣਾ ਹੈਗਾ ਕਿਉਂਕਿ ਸਾਰਿਆਂ ਨੂੰ ਇੱਕ ਬਹੁਤ ਸੋਹਣੇ ਉਪਰਾਲੇ ਨਾਲ ਜੋੜਨ ਜਾ ਰਹੀ ਹੈ ਨੰਦੀ ਗਊ ਸੇਵਾ ਕਮੇਟੀ ਬਰਨਾਲਾ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਇਹ ਜਿਹੜਾ ਦਵਾਈਆਂ ਦਾ ਜ਼ਖੀਰਾ ਤੁਸੀਂ ਦੇਖ ਰਹੇ ਹੋ, ਇਹ ਬੇਸਹਾਰਾ ਤੇ ਬੇਜਵਾਨ ਪਸ਼ੂਆਂ ਵਾਸਤੇ ਹਸਪਤਾਲ ਖੁੱਲ੍ਹਿਆ ਸਾਡੇ ਸ਼ਹਿਰ ਬਰਨਾਲਾ ਦੇ ਵਿੱਚ, ਕਾਮਧੇਨੂ ਗਊਸ਼ਾਲਾ ਹੰਡਿਆਇਆ ਵਿਖੇ। ਸੋ ਉਹਨਾਂ ਦੇ ਸਾਰੇ ਇਲਾਜ ਵਾਸਤੇ ਬੰਦੋਬਸਤ ਪੁਖਤਾ ਕੀਤੇ ਗਏ ਨੇ ਤੇ ਤੁਹਾਡਾ ਇੱਕ ਮੈਸੇਜ ਜਾਂ ਇੱਕ ਸ਼ੇਅਰ ਇਸ ਨੂੰ ਬਹੁਤ ਬੁਲੰਦੀਆਂ ਤੱਕ ਲੈ ਕੇ ਜਾਊਗਾ। ਮੈਂ ਬੇਨਤੀ ਕਰਦਾ ਕਿ ਸਾਡੇ ਵੀਡੀਓ ਨੂੰ ਸ਼ੇਅਰ ਕਰ ਦਿਓ। ਜੇ ਤੁਸੀਂ ਕੋਈ ਸੇਵਾ ਨਹੀਂ ਕਰ ਸਕਦੇ ਗਊ ਮਾਤਾ ਦੀ, ਤਾਂ ਇੰਨਾ ਜ਼ਰੂਰ ਕਰ ਦਿਓ ਕਿ ਘਰ ਬੈਠੇ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ, ਤੁਹਾਡੀ ਮਿਹਰਬਾਨੀ ਹੋਵੇਗੀ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਨੀਲਮਨੀ ਜੀ ਤੁਹਾਡਾ ਜਾਣਕਾਰੀ ਦੇਣ ਲਈ। ਮੇਰਾ ਤਾਂ ਇਹੀ ਬੇਨਤੀ ਆ ਜੀ ਕਿ ਆਪਾਂ ਸਮਾਜ ਦੇ ਵਿੱਚ ਜਿਹੜੀਆਂ ਅੰਗਰੇਜ਼ੀ ਨਸਲ ਦੀਆਂ ਗਊਆਂ ਨੇ ਜਾਂ ਟੱਠੇ ਨੇ ਉਹਨਾਂ ਨੂੰ ਬਾਹਰ ਕੱਢੀਏ, ਦੇਸੀ ਨਸਲ ਨੂੰ ਪਾਲੀਏ। ਤੇ ਇੱਕ ਹੋਰ ਬੇਨਤੀ, ਆਪਾਂ ਦੁੱਧ ਦੇ ਵਿੱਚ ਮਿਲਾਵਟ ਨਾ ਕਰੀਏ, ਕਿਸੇ ਦੀ ਜ਼ਿੰਦਗੀ ਨਾਲ ਨਾ ਖੇਲੀਏ। ਦੇਸੀ ਗਊ ਦਾ ਜਿਹੜਾ ਦੁੱਧ ਆ ਉਹ ਅੰਮ੍ਰਿਤ ਆ, ਜਿਹੜੀ ਅਮਰੀਕੀ ਨਸਲ ਦੀ ਗਊਆਂ ਨੇ ਉਹਨਾਂ ਦਾ ਦੁੱਧ ਜ਼ਹਿਰ ਆ। ਇਹ ਆਪਾਂ ਸੋਚ ਕੇ ਚੱਲੀਏ। ਬਹੁਤ ਬਹੁਤ ਧੰਨਵਾਦ। ਧੰਨਵਾਦ।